ਸੰਗ ਨਾਮ ਦਿਓ ਮਨ ਲੀਨਾ। ਆਡ ਨਾਮ ਕੋ ਸ਼ਿਪਰੋ ਹੋਇਓ ਲਾਖੀਨਾ। ਤਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜੁਰਾਹਰਾ ਭਇਓ ਗੁਣੀ ਗਹੀਰਾ। ਰਵਿਦਾਸ ਟਵੰਤਾ ਢੋਰ ਨੀਤ ਇਨ ਤਿਆਗੀ ਮਾਇਆ। ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਨਿਆ। ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ। ਇਹ ਬਿਦ ਸੁਨ ਕੇ ਜਟ ਰੋ ਉਠ ਭਗਤੀ ਲਾਗਾ। ਮਿਲੈ ਪ੍ਰਤੱਖ ਗੁਸਈਆ ਧੰਨਾ ਵੱਡ ਭਾਗਾ। ਮਿਲੈ ਪ੍ਰਤੱਖ ਗੁਸਈਆ ਧੰਨਾ ਵੱਡ ਭਾਗਾ। ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ। ਹੋਵੈ ਸਿਫਤਕ ਸੰਬੰਧੀ ਢੋਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਬਾਣੀ ਭਗਤਾਂ ਕੀ ਪੀਪਾ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ। ਕਾਇਓ ਦੀਪ ਨਹੀਂ ਬੇਦਾ ਕਾਇਓ। ਕਾਇਓ ਪੂਜੋ ਪਾਤੀ। ਕਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ। ਨਾ ਕਿਛ ਆਇਬੋ ਨਾ ਕਛ ਜਾਇਬੋ ਰਾਮ ਕੀ ਦੁਹਾਈ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਤਿਗੁਰੂ ਜੀ ਇਸ ਵੇਲੇ ਰਹਿਮਤ ਕਰਕੇ ਗੁਰਬਾਣੀ ਦੀ ਕਥਾ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਸਰੀਰ ਕਰਕੇ ਬੈਠੇ ਹਾਂ ਮਹਾਰਾਜ ਦੀ ਹਜ਼ੂਰੀ ਦੇ ਅੰਦਰ, ਮਨ ਕਰਕੇ ਬੈਠ ਕੇ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਬਾਣੀ ਭਗਤਾਂ ਕੀ ਪੀਪਾ। ਧਨਾਸਰੀ ਰਾਗ ਦੇ ਅੰਦਰ ਭਗਤਾਂ ਦੀ ਬਾਣੀ ਦੇ ਵਿੱਚੋਂ ਭਗਤ ਪੀਪਾ ਜੀ, ਇਹ ਨਾਮ ਹੈ ਇੱਕ ਭਗਤ ਦਾ। ਪੀਪਾ ਭਗਤ ਜਿਹੜੇ ਕਿ ਰਾਜੇ ਸਨ। ਤੋ ਐਸੇ ਭਗਤ ਦੀ ਬਾਣੀ ਜਿਹੜੀ ਹੈ ਉਹ ਸਰਵਨ ਕਰਨ ਵਾਸਤੇ ਆਪਾਂ ਨੂੰ ਮਿਲ ਰਹੀ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇੱਕੋ ਹੀ ਸ਼ਬਦ ਹੈ ਭਗਤ ਪੀਪਾ ਜੀਆਂ ਦਾ, ਜਿਹੜਾ ਆਪਾਂ ਹੁਣ ਸਰਵਨ ਕਰਾਂਗੇ। ਇਹਦੇ ਤੋਂ ਬਾਅਦ ਹੋਰ ਕੋਈ ਬਾਣੀ ਜਾਂ ਸ਼ਬਦ ਭਗਤ ਪੀਪਾ ਜੀਆਂ ਦਾ ਨਹੀਂ ਹੈ। ਜਿਵੇਂ ਕਿ ਭਗਤ ਸੂਰਦਾਸ ਹੋਏ ਨੇ, ਉਹਨਾਂ ਦੀ ਕੇਵਲ ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਛਾੜ ਮਨ ਹਰ ਬੇਮੁਖਨ ਕੋ ਸੰਗ। ਉਹਨਾਂ ਨੇ ਇੱਕ ਪੰਕਤੀ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਵਾਈ ਹੈ ਤੇ 15 ਭਗਤਾਂ ਵਿੱਚ ਉਹ ਸ਼ਾਮਲ ਹੋ ਗਏ। ਤੇ ਭਗਤ ਪੀਪਾ ਜੀ ਨੇ ਇੱਕ ਸ਼ਬਦ ਹੈ ਜਿਹੜਾ ਆਪਾਂ ਸਰਵਨ ਕਰਾਂਗੇ, ਇਹ ਦਰਜ ਕਰਵਾਇਆ, ਇਹ ਵੀ 15 ਭਗਤਾਂ ਵਿੱਚ ਸ਼ਾਮਲ ਹੋ। ਭਗਤ ਪੀਪਾ ਜੀ ਗੰਗਰੌਣ ਦੇ ਰਾਜਾ ਸਨ। ਕੋਟਾ ਬੂੰਦੀ ਆਪਾਂ ਸ਼ਹਿਰ ਸੁਣਿਆ ਨਾ, ਕੋਟੇ ਤੋਂ ਕੋਈ 45-50 ਕਿਲੋਮੀਟਰ ਦੀ ਦੂਰੀ ਤੇ ਇੱਥੋਂ ਦੇ ਰਾਜੇ ਸਨ ਭਗਤ ਪੀਪਾ ਜੀ। ਕਹਿਣ ਲੱਗੇ ਇਹਨਾਂ ਦਾ ਜਿਹੜਾ ਜਨਮ ਹੈ 1483 ਵਿਕਰਮੀ ਸੰਮਤ ਦੇ ਨੇੜੇ ਤੇੜੇ ਹੋਇਆ, ਜਦੋਂ ਕਿ ਭਗਤ ਕਬੀਰ ਸਾਹਿਬ ਜੀ ਵਰਗੇ ਹੋਏ, ਜਾਂ ਕਹਿ ਲਈਏ ਭਗਤ ਰਵਿਦਾਸ ਜੀ ਵਰਗੇ ਹੋਏ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਦੋਂ ਦੁਨੀਆ ਤੇ ਆਏ, ਇਹ ਸਮਾਂ ਤਕਰੀਬਨ ਇਕੱਠਾ ਹੀ ਹੈ, ਲਗਭਗ ਮਿਲਦਾ ਜੁਲਦਾ ਹੀ ਹੈ, ਜਦੋਂ ਭਗਤ ਪੀਪਾ ਜੀ ਦਾ ਜਨਮ ਹੋਇਆ। ਗੰਗਰਾਉਣ ਦੇ ਇਹ ਰਾਜੇ ਸਨ ਔਰ ਗੁਰਮੁਖੋਂ ਪਹਿਲਾਂ ਇਹ ਦੇਵੀ ਦੇ ਉਪਾਸਕ ਸਨ। ਅਕਾਲ ਪੁਰਖ ਕੌਣ ਹੈ, ਪਰਮੇਸ਼ਰ ਕੌਣ ਹੈ, ਇਹ ਜਾਂ ਤੇ ਸਾਧੂ ਸੰਤ ਜਾਣਦੇ ਸਨ, ਜਾਂ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਦੱਸਿਆ ਵੀ ਦੇਵੀ ਦੇਵਤਿਆਂ ਤੋਂ ਅੱਗੇ ਵੀ ਕੋਈ ਸ਼ਕਤੀ ਹੈ, ਉਹ ਵੇਖੈ ਉਹਨਾਂ ਨਜ਼ਰ ਨਾ ਆਵੈ। ਪਹਿਲਾਂ ਲੋਕ ਦੇਵਤਿਆਂ ਤੱਕ, ਅਵਤਾਰਾਂ ਤੱਕ ਹੀ ਸੀਮਤ ਸਨ। ਮੈਂ ਫਲਾਣੇ ਅਵਤਾਰ ਨੂੰ ਮੰਨਦਾ, ਮੈਂ ਫਲਾਣੀ ਦੇਵੀ ਨੂੰ ਮੰਨਦਾ। ਇਦੋਂ ਗਾਂਹ ਪਤਾ ਹੀ ਨਹੀਂ ਹੈ ਵੀ ਇਹਨਾਂ ਦੇ ਮਗਰ ਵੀ ਕੋਈ ਤਾਕਤ ਹੈ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸੋਝੀ ਬਖਸ਼ੀ ਹੈ। ਕਹਿਣ ਲੱਗੇ, ਉਹ ਸੰਸਾਰ ਦੇ ਲੋਕੋ, ਜਿਨ੍ਹਾਂ ਦੀ ਪੂਜਾ ਵਿੱਚ ਤੁਸੀਂ ਲੱਗੇ ਹੋ, ਇਹ ਤੇ ਆਪ ਅੱਗੇ ਕਿਸੇ ਦੀ ਪੂਜਾ ਕਰਦੇ ਤੇ ਕਿਸੇ ਕੋਲੋਂ ਉਧਾਰੀ ਵਸਤੂ ਲੈ ਕੇ ਤੁਹਾਨੂੰ ਲਿਆ ਕੇ ਦਿੰਦੇ। ਫਿਰ ਤੁਸੀਂ ਉਹਦੇ ਨਾਲ ਜੁੜੋ ਜਿਹੜਾ ਸਭ ਕੁਝ ਦੇਣ ਵਾਲਾ ਹੈ। ਸਭਨਾ ਜੀਆਂ ਕਾ ਇੱਕ ਦਾਤਾ। ਪਰ ਦੇਵੀ ਦੇਵਤੇ ਜਿਹੜੇ ਨੇ ਉਹ 33 ਕਰੋੜ ਲਿਖੇ ਨੇ, ਇੱਕ ਨਹੀਂ। ਇੱਥੇ 33 ਕਰੋੜ ਦੀ ਗੱਲ ਨਹੀਂ ਕੀਤੀ ਹੈ, 9 ਕਰੋੜ ਦੇਵੀਆਂ ਦੀ ਗੱਲ ਨਹੀਂ ਕੀਤੀ ਹੈ। ਕਿੰਨੇ ਪੈਗੰਬਰ ਨੇ, ਕਿੰਨੇ ਵਲੀ ਨੇ, ਕਿੰਨੇ ਰਿਸ਼ੀ ਮੁਨੀ ਨੇ। ਇੱਥੇ ਗੱਲ ਉਹਦੀ ਕੀਤੀ ਹੈ ਜਿਹੜਾ ਇੱਕ ਹੈ, ਤੇ ਇੱਕ ਕੌਣ ਹੈ, ਉਹ ਪਰਮਾਤਮਾ ਹੀ ਹੈ। ਸਭਨਾ ਜੀਆਂ ਕਾ ਇੱਕ ਦਾਤਾ। ਤੂੰ ਦੇਵੀ ਨੂੰ ਮੰਨਦਾ, ਦੇਵਤੇ ਨੂੰ ਮੰਨਦਾ, ਪੂਜਾ ਕਰਦਾ ਹੈ, ਮੰਤਰ ਪੜ੍ਹਦਾ ਤੇ ਪੜ੍ਹਾਉਂਦਾ, ਜੱਗ ਕਰਦਾ ਤੇ ਕਰਾਉਂਦਾ ਕਿ ਮੈਨੂੰ ਕੁਝ ਦੇਵੇਗਾ। ਪਰ ਜਿਹਦੇ ਕੋਲੋਂ ਮੰਗਦਾ ਪਿਆ ਉਹ ਆਪ ਵੀ ਸੁਤੰਤਰ ਨਹੀਂ, ਆਪਣੀ ਮਰਜ਼ੀ ਨਾਲ ਉਹ ਵੀ ਕੁਝ ਨਹੀਂ ਦੇ ਸਕੇਗਾ। ਦੇਣ ਵਾਲਾ ਤੇ ਕੋਈ ਹੋਰ ਹੈ, ਉਹ ਇੱਕੋ ਹੀ ਦਾਤਾ ਹੈ। ਇਹ ਗਿਆਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਖਸ਼ਿਆ। ਭਗਤ ਪੀਪਾ ਜੀ ਪਹਿਲਾਂ ਦੇਵੀ ਦੇ ਉਪਾਸਕ ਸਨ ਤੇ ਆਏ ਗਏ ਸਾਧੂ ਮਹਾਤਮਾ ਦੇ ਕੋਲ ਬੈਠ ਜਾਣਾ, ਲੰਗਰ ਪ੍ਰਸ਼ਾਦੇ ਦੀ ਸੇਵਾ ਕਰਨ। ਇੱਕ ਦਿਨ ਕੋਈ ਮਹਾਤਮਾ ਆ ਗਏ ਭਗਤ ਪੀਪਾ ਜੀਆਂ ਦੇ ਕੋਲ, ਪ੍ਰਸ਼ਾਦਾ ਪਾਣੀ ਛਕਾਇਆ ਤੇ ਉਸ ਵੇਲੇ ਸੇਵਾ ਕੀਤੀ। ਸੇਵਾ ਕਰਕੇ ਭਗਤ ਪੀਪਾ ਜੀ ਬੈਠ ਗਏ ਕੋਲ ਉਸ ਸਾਧੂ ਦੇ, ਮਹਾਤਮਾ ਦੇ। ਦੇਵੀ ਦੇ ਉਪਾਸਕ ਸਨ ਤੇ ਦੇਵੀ ਦੀਆਂ ਵਡਿਆਈ ਦੀਆਂ ਗੱਲਾਂ ਕਰਨ ਲੱਗ ਪਏ। ਦੇਵੀ ਇਹ ਕਰ ਸਕਦੀ ਹੈ, ਦੇਵੀ ਇਹ ਕਰ ਸਕਦੀ। ਉਹ ਜਿਹੜੇ ਮਹਾਤਮਾ ਸਨ ਉਹਨਾਂ ਨੇ ਸਮਝਾਇਆ, ਕਹਿਣ ਲੱਗੇ ਇਹਨਾਂ ਦੇਵੀ ਦੇਵਤਿਆਂ ਤੋਂ ਅੱਗੇ ਵੀ ਦੁਨੀਆ ਹੈ। ਪਰਮਾਤਮਾ ਦੇ ਅਵਤਾਰ ਹੋਏ ਨੇ, ਕ੍ਰਿਸ਼ਨ ਜੀ ਹੋਏ ਨੇ, ਰਾਮ ਜੀ ਹੋਏ ਨੇ।
ਆਪਸ ਵਿੱਚ ਬਚਨ ਬਲਾਸ ਹੁੰਦੇ ਰਹੇ, ਸੰਵਾਦ ਹੁੰਦਾ ਰਿਹਾ, ਪਰ ਭਗਤ ਪੀਪਾ ਜੀ ਆਪਣੀ ਗੱਲ ਦੇ ਉੱਪਰ ਹੀ ਡਟੇ ਹੋਏ ਕਿ ਮੈਂ ਤੇ ਦੇਵੀ ਦਾ ਵੀ ਉਪਾਸਕ ਰਹਿਣਾ ਹੈ। ਫਿਰ ਕਹਿਣ ਲੱਗੇ, ਉਹਨਾਂ ਮਹਾਤਮਾ ਨੇ ਅਰਦਾਸ ਕੀਤੀ ਪਰਮੇਸ਼ਰ ਭਗਵਾਨ ਦੇ ਚਰਨਾਂ ਵਿੱਚ ਵੀ ਇਹਨੂੰ ਕੋਈ ਸੋਝੀ ਸਮੱਤ ਬਖਸ਼ਿਸ਼ ਕਰੋ, ਕੋਈ ਇਹੋ ਜਿਹੀ ਬਣਾਓ, ਕੋਈ ਵਿਉਂਤ, ਕੋਈ ਚਮਤਕਾਰ ਕਰੋ ਵੀ ਇਹ ਰੱਬ ਦੇ ਨਾਲ, ਪਰਮੇਸ਼ਰ ਦੇ ਨਾਲ ਜੁੜੇ। ਜਦੋਂ ਅਰਦਾਸ ਬੇਨਤੀ ਕੀਤੀ ਤੇ ਕਹਿਣ ਲੱਗੇ, ਫਿਰ ਇੱਕ ਦਿਨ ਭਗਤ ਜੀ ਸੁਤੇ ਹੋਏ ਸਨ ਤੇ ਸੁਪਨੇ ਦੇ ਵਿੱਚ ਦਰਸ਼ਨ ਪ੍ਰਾਪਤ ਹੋਏ। ਇਹਨਾਂ ਦੀ ਛਾਤੀ ਦੇ ਉੱਪਰ ਆ ਕੇ ਚੜ੍ਹ ਕੇ ਤੇ ਫਿਰ ਇਹ ਗੱਲ ਦੱਸੀ ਹੈ, ਕਹਿਣ ਲੱਗੇ ਇਹ ਛੱਡ, ਇਹ ਜਿਨ੍ਹਾਂ ਦੀ ਤੂੰ ਪੂਜਾ ਕਰਨਾ, ਪੂਜਾ ਉਹਦੀ ਕਰ, ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਨ ਗੁਰ ਕੀ ਸੇਵਾ। ਅਕਾਲ ਪੁਰਖ ਦੀ ਪੂਜਾ ਵਿੱਚ ਲੱਗੋ, ਇਹਨਾਂ ਤੋਂ ਉੱਪਰ ਉੱਠ ਜਾਓ। ਜਦੋਂ ਇਹ ਬਚਨ ਪ੍ਰਾਪਤ ਹੋਇਆ ਨਾ, ਤਾਂ ਉਸ ਵੇਲੇ ਭਗਤ ਜੀ ਦੇ ਮਨ ਵਿੱਚ ਉਹ ਦਵੈਤ ਜਿਹੜੀ ਸੀ ਉਹ ਖਤਮ ਹੋ ਗਈ, ਜਿਹੜੀ ਮੈਂ ਮੇਰੀ ਸੀ ਉਹ ਵੀ ਖਤਮ ਹੋ ਗਈ। ਫਿਰ ਵਿਚਾਰ ਬਣਾਇਆ ਵੀ ਹੁਣ ਰਾਜ ਭਾਗ ਛੱਡ ਦਈਏ, ਛੱਡ ਕੇ ਤੇ ਤੀਰਥ ਯਾਤਰਾ ਨੂੰ ਕਿਤੇ ਚੱਲੀਏ। ਜਦੋਂ ਭਗਤ ਜੀ ਚੱਲਣ ਲੱਗੇ ਨਾ ਤੀਰਥ ਯਾਤਰਾ ਨੂੰ, ਦਰਾਣੀਆਂ ਵੀ ਨਾਲ ਹੀ ਤੁਰ ਪਈਆਂ, ਕਹਿਣ ਲੱਗੀਆਂ ਵੀ ਅਸੀਂ ਵੀ ਨਾਲ ਹੀ ਜਾਣਾ। ਤੇ ਭਗਤ ਜੀ ਕਹਿਣ ਲੱਗੇ ਠੀਕ ਹੈ, ਤੁਸੀਂ ਵੀ ਚੱਲੋ। ਜਦੋਂ ਕੁਝ ਰਾਣੀਆਂ ਨਾਲ ਹੋਈਆਂ ਤਿਆਰ, ਤੇ ਇੱਕ ਸਭ ਤੋਂ ਛੋਟੀ ਰਾਣੀ ਹੈ, ਉਹਨੇ ਵੀ ਬੇਨਤੀ ਕੀਤੀ ਵੀ ਮੈਨੂੰ ਵੀ ਆ ਗਹਿਣੇ ਗੱਟੇ ਲੀੜੇ ਕੱਪੜੇ ਨਹੀਂ ਚਾਹੀਦੇ, ਮੈਂ ਵੀ ਤੁਹਾਡੇ ਨਾਲ ਹੀ ਜਾਣਾ ਹੈ। ਉਹਨੇ ਵੀ ਆਪਣੇ ਉਹ ਰਾਜਸੀ ਲਿਬਾਸ ਜਿਹੜੇ ਸਨ, ਰਾਜਿਆਂ ਵਾਲੇ ਕੱਪੜੇ, ਰਾਣੀਆਂ ਵਾਲੇ, ਉਹ ਰਾਣੀ ਨੇ ਉਤਾਰ ਕੇ ਆਮ ਸਾਦੇ ਕੱਪੜੇ ਪਹਿਨ ਲਏ। ਜਿਹੜੇ ਗਹਿਣੇ ਗੱਟੇ ਸੋਨੇ ਚਾਂਦੀ ਦੇ ਪਾਏ ਸਨ ਉਹ ਵੀ ਉਤਾਰ ਦਿੱਤੇ, ਤੇ ਉਹ ਵੀ ਨਾਲ ਹੀ ਚੱਲਣ ਵਾਸਤੇ ਬੇਨਤੀ ਕੀਤੀ ਹੈ। ਤੇ ਫਿਰ ਇੱਥੋਂ ਭਗਤ ਜੀ ਜਿਹੜੇ ਚਲਦਿਆਂ ਚਲਦਿਆਂ ਕ੍ਰਿਸ਼ਨ ਜੀ ਦੀ ਨਗਰੀ ਵਿੱਚ ਪਹੁੰਚੇ, ਜਿਸ ਨੂੰ ਕਿਹਾ ਜਾਂਦਾ ਹੈ ਦਵਾਰਕਾ, ਮਥੁਰਾ। ਉਸ ਇਲਾਕੇ ਨੂੰ ਚਲੇ ਗਏ ਵੀ ਚਲੋ ਚੱਲ ਕੇ ਭਗਵਾਨ ਦੇ ਦਰਸ਼ਨ ਕਰੀਏ, ਜਿਹਦੀ ਪੂਜਾ ਦੇ ਵਿੱਚ ਮੈਨੂੰ ਲਾਇਆ ਹੈ। ਤੇ ਉੱਥੋਂ ਦੇ ਲੋਕਾਂ ਨੂੰ ਜਾ ਕੇ ਪੁੱਛਿਆ, ਕਹਿਣ ਲੱਗੇ ਵੀ ਕ੍ਰਿਸ਼ਨ ਜੀ ਕਿੱਥੇ ਨੇ? ਕ੍ਰਿਸ਼ਨ ਜੀ ਤੇ ਦੁਆਪਰ ਯੁੱਗ ਦੇ ਵਿੱਚ ਹੋਏ ਨਾ, ਜੋ ਆਪਣਾ ਸਰੀਰ ਛੱਡ ਕੇ ਚਲੇ ਗਏ। ਤੇ ਉੱਥੋਂ ਦੇ ਲੋਕਾਂ ਨੇ ਦੱਸਿਆ, ਕਹਿਣ ਲੱਗੇ ਜੀ ਕ੍ਰਿਸ਼ਨ ਜੀ ਤੇ ਸਮੁੰਦਰ ਦੇ ਵਿੱਚ ਲੀਨ ਹੋ ਗਏ ਨੇ, ਸਮੁੰਦਰ ਵਿੱਚ ਚਲੇ ਗਏ। ਕਹਿਣ ਲੱਗੇ ਠੀਕ ਹੈ, ਮੈਂ ਵੀ ਉਹਨਾਂ ਦੇ ਮਗਰ ਹੀ ਜਾਂਦਾ। ਰਾਜਾ ਤੇ ਰਾਣੀ ਦੋਨੇ ਜਾਣੇ ਸਮੁੰਦਰ ਦੇ ਵਿੱਚ ਚਲੇ ਗਏ। ਤੇ ਫਿਰ ਕਹਿਣ ਲੱਗੇ ਉੱਥੇ ਇਹਨਾਂ ਨੂੰ ਦਰਸ਼ਨ ਪ੍ਰਾਪਤ ਹੋਏ, ਦੋਨਾਂ ਨੂੰ ਸਮੁੰਦਰ ਵਿੱਚੋਂ ਬਾਹਰ ਕੱਢਿਆ ਤੇ ਦੋਨਾਂ ਨੂੰ ਉਪਦੇਸ਼ ਦਿੱਤਾ ਨਾਮ ਜਪਣ ਦਾ, ਬੰਦਗੀ ਕਰਨ ਦਾ। ਤੋ ਇਸ ਤਰ੍ਹਾਂ ਦੇ ਕੌਤਕ ਜਿਹੜੇ ਨੇ ਉਹ ਭਗਤ ਪੀਪਾ ਜੀ ਨੇ ਕੀਤੇ ਹਨ। ਤੋ ਇਸ ਤਰੀਕੇ ਦੇ ਨਾਲ ਫਿਰ ਉਹਨਾਂ ਨੂੰ ਦਰਸ਼ਨ ਪ੍ਰਾਪਤ ਹੋਇਆ, ਉਹਨਾਂ ਨੂੰ ਬਾਹਰ ਕੱਢਿਆ ਗਿਆ। ਤੇ ਕਹਿਣ ਲੱਗੇ ਫਿਰ ਭਗਤ ਪੀਪਾ ਜੀ ਇੱਕ ਵੇਲੇ ਯਾਤਰਾ ਕਰਦਿਆਂ ਕਰਦਿਆਂ ਜੰਗਲ ਵਿੱਚੋਂ ਲੰਘਦੇ ਪਏ, ਤੇ ਜੰਗਲ ਦੇ ਵਿੱਚ ਚੋਰਾਂ ਨੇ ਘੇਰ ਲਿਆ, ਡਾਕੂਆਂ ਨੇ, ਲੁੱਟਣ ਵਾਲਿਆਂ ਨੇ। ਭਗਤ ਪੀਪਾ ਜੀ ਨੂੰ ਕਹਿਣ ਲੱਗੇ ਉਹਨਾਂ ਦੀ ਘਰਵਾਲੀ ਨੂੰ, ਜਿਹੜਾ ਗਹਿਣਾ ਗੱਟਾ ਹੈ ਉਹ ਕੱਢ ਕੇ ਸਾਨੂੰ ਦੇ ਦਿਓ, ਨਹੀਂ ਤੇ ਤੁਹਾਨੂੰ ਕਤਲ ਕਰ ਦੇਵਾਂਗੇ। ਜਦੋਂ ਡਾਕੂਆਂ ਨੇ, ਚੋਰਾਂ ਨੇ ਇਹ ਬਚਨ ਆਖਿਆ, ਤੇ ਉਸ ਵੇਲੇ ਭਗਤ ਪੀਪਾ ਜੀ ਕਹਿਣ ਲੱਗੇ ਮੇਰੇ ਕੋਲ ਤੇ ਇੱਕ ਰੱਬ ਦਾ ਨਾਮ ਹੀ ਹੈ, ਉਹਦੇ ਤੋਂ ਬਿਨਾਂ ਮੇਰੇ ਕੋਲ ਹੋਰ ਕੋਈ ਚੀਜ਼ ਨਹੀਂ, ਨਾ ਕੋਈ ਸੋਨਾ ਨਾ ਕੋਈ ਚਾਂਦੀ। ਪਰ ਸੋਨੇ ਤੇ ਚਾਂਦੀ ਤੋਂ ਕੀਮਤੀ ਇੱਕ ਪਰਮਾਤਮਾ ਦਾ ਨਾਮ ਹੈ, ਜਿਹਦੇ ਬਰਾਬਰ ਕੁਝ ਨਹੀਂ ਹੈ। ਜੇ ਤੁਸੀਂ ਉਹ ਮੇਰੇ ਕੋਲੋਂ ਲੈਣਾ ਚਾਹੋ ਤਾਂ ਲੈ ਸਕਦੇ ਹੋ। ਜਦੋਂ ਭਗਤ ਪੀਪਾ ਜੀ ਨੇ ਭਜਨ ਕੀਤੇ ਤੇ ਉਸ ਵੇਲੇ ਕਹਿਣ ਲੱਗੇ ਵੀ ਹੈਰਾਨ ਹੋ ਗਿਆ ਵੀ ਇਹ ਕੈਸਾ ਵਿਅਕਤੀ ਹੈ ਜਿਹੜਾ ਕਹਿੰਦਾ ਵੀ ਸੰਸਾਰੀ ਧਨ ਤੇ ਹੈ ਨਹੀਂ, ਪਰ ਮੇਰੇ ਕੋਲ ਧਨ ਹੈ ਪਰਮਾਤਮਾ ਦੇ ਨਾਮ ਦਾ, ਤੁਸੀਂ ਉਹ ਲੈ ਲੈਣਾ ਕਰੋ। ਕੁਝ ਬਚਨ ਬਿਲਾਸ ਭਗਤ ਪੀਪਾ ਜੀ ਨੇ ਉਹਨਾਂ ਦੇ ਨਾਲ ਭਗਤੀ ਦੇ, ਗੁਰਮੁਖਤਾਈ ਦੇ, ਬੰਦਗੀ ਦੇ ਕੀਤੇ। ਤੇ ਕਹਿਣ ਲੱਗੇ ਉਹ ਜਿਹੜੇ ਚੋਰ ਸਨ, ਡਾਕੂ, ਭਗਤ ਪੀਪਾ ਜੀ ਦੇ ਉਹਨਾਂ ਨੇ ਚਰਨ ਫੜ ਲਏ। ਕਹਿਣ ਲੱਗੇ ਸਾਡੇ ਕੋਲੋਂ ਗਲਤੀ ਹੋਈ ਹੈ, ਗੁਨਾਹ ਹੋਇਆ ਹੈ, ਜੋ ਆਪ ਜੀ ਨੂੰ ਅਸੀਂ ਸੋ ਇੱਥੇ ਰੋਕਿਆ ਹੈ, ਸਾਡੀ ਗਲਤੀ ਜਿਹੜੀ ਹੈ ਉਹ ਸਾਨੂੰ ਮਾਫ ਕਰ ਦੇਵੋ। ਸੋ ਇਸ ਤਰ੍ਹਾਂ ਜਿਹੜੇ ਭਗਤ ਪੀਪਾ ਜੀ ਨੇ ਉਹਨਾਂ ਨੇ ਐਸੇ ਕੌਤਕ ਜਿਹੜੇ ਨੇ ਉਹ ਕੀਤੇ ਨੇ। ਸੋ ਇਹ ਭਗਤ ਪੀਪਾ ਜੀਆਂ ਦਾ ਸ਼ਬਦ ਜਿਹੜਾ ਹੈ ਉਹ ਆਪਾਂ ਸਰਵਣ ਕਰਨ ਜਾ ਰਹੇ ਹਾਂ।
ਮਹਾਰਾਜ ਬਖਸ਼ਿਸ਼ ਕਰਦੇ ਹਨ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ। ਭਗਤ ਜੀ ਇੱਥੇ ਬਚਨ ਬਖਸ਼ਿਸ਼ ਕਰਦੇ ਕਹਿਣ ਲੱਗੇ ਕਾਇਓ ਦੇਵਾ, ਤੋ ਬਚਨ ਆ ਗਿਆ, ਕਹਿਣ ਲੱਗੇ ਇਹ ਜਿਹੜੀ ਕਾਇਆ ਹੈ, ਇਹ ਜੋ ਸਾਡਾ ਸਰੀਰ ਹੈ, ਕਾਇਓ ਦੇਵਾ ਕਾਇਓ ਦੇਵਲ, ਅਤੇ ਇਸੇ ਤਰ੍ਹਾਂ ਦੇਵਲ ਕਹੀਏ ਮੰਦਰ। ਇਹ ਜਿਹੜੇ ਮੰਦਰ ਬਣੇ ਹੋਏ ਨੇ ਵੱਖ-ਵੱਖ ਥਾਵਾਂ ਤੇ ਪੂਜਾ ਕਰਨ ਵਾਲੇ, ਮਸੀਤ ਬਣੀ ਹੋਈ ਹੈ ਵੱਖ-ਵੱਖ ਥਾਂ ਦੇ ਉੱਪਰ ਨਮਾਜ਼ ਪੜ੍ਹਨ ਵਾਸਤੇ। ਕਾਇਓ ਦੇਵਾ, ਇਹ ਜਿਹੜੇ ਦੇਵਤੇ ਨੇ, ਇਹ ਕਾਇਓ ਕੀ ਨੇ ਜਿਨ੍ਹਾਂ ਦੇ ਮਗਰ ਤੁਸੀਂ ਲੱਗੇ ਫਿਰਦੇ ਹੋ ਕਿ ਫਲਾਣਾ ਦੇਵਤਾ ਮੈਨੂੰ ਇਹ ਕੁਝ ਦੇਵੇਗਾ। ਕਹਿਣ ਲੱਗੇ ਨਹੀਂ, ਦੇਵਤਾ ਵੀ ਪ੍ਰਮਾਤਮਾ ਦੀ ਮੌਜ ਬਿਨਾਂ ਕੁਝ ਨਹੀਂ ਦੇ ਸਕਦਾ, ਫਿਰ ਦੇਵਤੇ ਦੇ ਮਗਰ ਕਿਉਂ ਲੱਗੇ ਹੋ। ਇੱਕ ਸਾਖੀ ਹੈ ਨਾ, ਕਹਿਣ ਲੱਗੇ 3 ਪਰਿਵਾਰ ਦੇ ਮੈਂਬਰ ਘਰੋਂ ਚੱਲੇ, ਇੱਕ ਬੱਚਾ ਹੈ, ਇੱਕ ਇਸਤਰੀ ਹੈ ਤੇ ਇੱਕ ਉਸ ਇਸਤਰੀ ਦਾ ਪਤੀ ਹੈ। 3 ਜਾਣੇ ਚੱਲ ਪਏ ਵੀ ਆਪਾਂ ਭਗਤੀ ਕਰਕੇ ਨਾ ਕੁਝ ਲੈਣਾ ਹੈ, ਕਿਸੇ ਦੇਵਤੇ ਨੂੰ ਖੁਸ਼ ਕਰਨਾ ਹੈ ਤੇ ਦੇਵਤੇ ਕੋਲੋਂ ਆਪਾਂ ਵੱਡੇ ਵੱਡੇ ਵਰ ਮੰਗਣੇ ਨੇ। ਘਰੋਂ ਚੱਲ ਪਏ, ਜੰਗਲ ਵਿੱਚ ਬੈਠ ਕੇ ਤਪ ਸ਼ੁਰੂ ਕਰ ਦਿੱਤਾ, ਦੇਵਤੇ ਨੂੰ ਆਰਾਧਨ ਲੱਗ ਪਏ। ਜਦੋਂ ਆਰਾਧਿਆਂ ਸਮਾਂ ਪੂਰਾ ਹੋਇਆ ਨਾ ਤੇ ਦੇਵਤਾ ਪ੍ਰਗਟ ਹੋਇਆ। ਸਾਰਿਆਂ ਤੋਂ ਪਹਿਲਾਂ ਉਸ ਜਨਾਨੀ ਨੂੰ, ਇਸਤਰੀ ਨੂੰ ਦਰਸ਼ਨ ਦਿੱਤੇ। ਕਹਿਣ ਲੱਗਾ ਵੀ ਤੇਰੀ ਮੈਂ ਆਰਾਧਨਾ ਤੋਂ ਖੁਸ਼ ਹੋਇਆ, ਦੱਸ ਤੈਨੂੰ ਕੀ ਚਾਹੀਦਾ। ਤੇ ਉਹਨੇ ਮੰਗੀ ਵੀ ਮੈਂ ਦੁਨੀਆ ਦੀ ਸਭ ਤੋਂ ਸੋਹਣੀ ਜਨਾਨੀ ਬਣ ਜਾਵਾਂ, ਮੇਰੇ ਨੈਣ ਨਕਸ਼, ਮੇਰੇ ਰੰਗ ਰੂਪ ਸਭ ਤੋਂ ਸੋਹਣੇ ਬਣ ਜਾਣ, ਵੀ ਮੇਰੇ ਵਰਗਾ ਹੋਵੇ ਕੋਈ ਨਾ, ਗਹਿਣਾ ਗੱਟਾ ਮੈਨੂੰ ਸਭ ਕੁਝ ਮੈਨੂੰ ਬਣਿਆ ਬਣਾਇਆ ਮਿਲ ਜਾਏ। ਹੁਣ ਦੇਵਤੇ ਦੀ ਬੰਦਗੀ ਕੀਤੀ ਹੈ, ਦੇਵਤੇ ਨੇ ਵਰ ਦਿੱਤਾ ਵੀ ਠੀਕ ਹੈ, ਤੂੰ ਜੋ ਕੁਝ ਮੰਗਿਆ ਹੈ ਨਾ ਸਭ ਕੁਝ ਤੈਨੂੰ ਮਿਲੇਗਾ, ਤੇਰਾ ਰੂਪ ਵੀ ਸੋਹਣਾ ਹੋ ਜਾਏਗਾ, ਨੈਣ ਨਕਸ਼, ਬਿਮਾਰੀਆਂ ਦੂਰ ਹੋ ਜਾਣਗੀਆਂ, ਗਹਿਣੇ ਗੱਟੇ ਸਾਰੇ ਤੈਨੂੰ ਮਿਲ ਜਾਣਗੇ। ਜਦੋਂ ਇਹ ਬਚਨ ਕੀਤਾ ਤੇ ਉਹਨੂੰ ਸਭ ਕੁਝ ਮਿਲ ਗਿਆ। ਉਹ ਸੋਹਣੀ ਸੁਨੱਖੀ ਹੋ ਕੇ, ਤੋਂ ਇੱਕ ਪਾਸੇ ਉਹਦਾ ਪੁੱਤਰ ਬੈਠਾ, ਇੱਕ ਪਾਸੇ ਘਰ ਵਾਲਾ ਬੈਠਾ, ਦੋਨਾਂ ਦੇ ਵਿੱਚ ਉਹ ਬੈਠੀ ਹੋਈ, ਮੈਨੂੰ ਤੇ ਵਰ ਮਿਲ ਗਿਆ। ਇੰਨੇ ਚਿਰ ਨੂੰ ਉੱਥੋਂ ਇੱਕ ਰਾਜਾ ਲੰਘਦਾ ਪਿਆ। ਰਾਜੇ ਨੇ ਵੇਖਿਆ ਵੀ 2 ਮਹਾਤੜ ਜਿਹਾ ਵਿਅਕਤੀ ਬੈਠੇ ਨੇ, ਇੱਕ ਛੋਟਾ ਬੱਚਾ, ਇੱਕ ਵੱਡੀ ਉਮਰ ਦਾ ਵਿਅਕਤੀ ਹੈ, ਵੇਖਣ ਨੂੰ ਗਰੀਬੜੇ ਜਿਹਾ ਲੱਗਦਾ ਹੈ। ਇਹ ਬੜੀ ਸੋਹਣੇ ਸਰੂਪ ਵਾਲੀ ਇੱਕ ਔਰਤ ਬੈਠੀ ਹੈ, ਬੜਾ ਗਹਿਣਾ ਗੱਟਾ ਪਾ ਕੇ, ਕੋਈ ਰਾਣੀ ਲੱਗਦੀ ਹੈ, ਕੋਈ ਅਪਸਰਾ ਲੱਗਦੀ ਹੈ। ਰਾਜੇ ਨੇ ਆਪਣੇ ਸਿਪਾਹੀਆਂ ਨੂੰ ਭੇਜਿਆ, ਕਹਿਣ ਲੱਗਾ ਵੀ ਉਹ ਜਿਹੜੀ ਇਸਤਰੀ ਬੈਠੀ ਹੈ ਉਹਨੂੰ ਚੁੱਕ ਕੇ ਲੈ ਆਓ, ਮੈਂ ਉਹਨੂੰ ਮਹਿਲਾਂ ਵਿੱਚ ਲੈ ਜਾਣਾ, ਰਾਣੀ ਬਣਾ ਲੈਣਾ ਹੈ। ਕਹਿਣ ਲੱਗੇ ਇੱਧਰੋਂ ਰਾਜੇ ਦੇ ਸਿਪਾਹੀਆਂ ਨੇ ਉਹਨੂੰ ਗ੍ਰਿਫਤਾਰ ਕਰਕੇ ਲੈ ਕੇ ਘੋੜੇ ਦੇ ਉੱਪਰ ਬਿਠਾ ਕੇ ਲਈ ਜਾਂਦੇ। ਉਧਰੋਂ ਉਹ ਜਿਹੜਾ ਉਹਦਾ ਘਰ ਵਾਲਾ ਸੀ ਨਾ, ਪਤੀ, ਉਹਦੀ ਭਗਤੀ ਪੂਰੀ ਹੋਈ ਤੇ ਦੇਵਤੇ ਨੇ ਆਖਿਆ ਮੰਗ ਤੈਨੂੰ ਕੀ ਚਾਹੀਦਾ। ਉਹ ਵੇਖਦਾ ਪਿਆ ਸੀ ਵੀ ਮੇਰੀ ਘਰਵਾਲੀ ਨੇ ਰੂਪ ਤੇ ਸੋਹਣਾ ਮੰਗ ਲਿਆ ਤੇ ਉਹਨੂੰ ਤੇ ਰਾਜਾ ਲੈ ਗਿਆ ਆਪਣੇ ਮਹਿਲਾਂ ਦੇ ਵਿੱਚ। ਉਹਨੇ ਆਖਿਆ, ਕਹਿਣ ਲੱਗਾ ਜੇ ਮੈਨੂੰ ਵਰ ਦੇਣਾ ਤੇ ਇਹ ਦਿਓ ਵੀ ਮੇਰੀ ਜਿਹੜੀ ਇਸਤਰੀ ਹੈ ਨਾ ਸੋਹਣੀ ਬਣ ਗਈ ਹੈ ਨਾ, ਉਹ ਸੂਰੀ ਬਣ ਜਾਵੇ, ਸੂਰਨੀ ਬਣ ਜਾਵੇ। ਭਗਤੀ ਕੀਤੀ ਹੈ, ਵਰ ਮੰਗਿਆ, ਦੇਵਤੇ ਨੇ ਆਖਿਆ ਠੀਕ ਹੈ, ਉਹ ਸੂਰੀ ਬਣ ਜਾਏਗੀ। ਅਜੇ ਕਹਿਣ ਦੀ ਢੇਰ ਹੈ ਵੀ ਸੂਰੀ ਬਣੇਗੀ, ਘੋੜੇ ਤੇ ਬੈਠੀ ਤੇ ਇਸਤਰੀ ਹੈ, ਇੱਕ ਛਿਣ ਦੇ ਵਿੱਚ ਹੀ ਉਹ ਸੂਰਨੀ ਬਣ ਗਈ। ਰਾਜੇ ਨੇ ਵੇਖ ਕੇ ਬੜਾ ਹੈਰਾਨ ਹੋਇਆ, ਕਹਿਣ ਲੱਗਾ ਵੀ ਇਹ ਤੇ ਕੋਈ ਬਲਾ ਹੈ, ਇਹ ਤੇ ਕੋਈ ਸ਼ਕਤੀ ਹੈ, ਇਹ ਤੇ ਕੋਈ ਛਾਲ ਹੈ ਮੇਰੇ ਨਾਲ ਹੋ ਰਿਹਾ, ਇਹ ਮੇਰਾ ਨੁਕਸਾਨ ਕਰੇਗੀ। ਸਿਪਾਹੀਆਂ ਨੂੰ ਕਹਿਣ ਲੱਗਾ ਵੀ ਸੁੱਟ ਦਿਓ ਘੋੜੇ ਤੋਂ ਥੱਲੇ, ਜਾਣ ਦਿਓ ਜਿੱਧਰ ਨੂੰ ਜਾਂਦੀ ਹੈ, ਇਹ ਤਾਂ ਕੋਈ ਵਿਪਤਾ ਆਪਣੇ ਗਲ ਵਿੱਚ ਪੈਣ ਵਾਲੀ ਹੈ। ਤੇ ਉਹ ਘੁਰ ਕਰਦੀ ਉੱਥੇ ਆ ਗਈ ਜਿੱਥੇ ਉਹਦਾ ਪੁੱਤਰ ਬੈਠਾ ਸੀ ਤੇ ਪਤੀ ਬੈਠਾ ਹੋਇਆ, ਉੱਥੇ ਆ ਕੇ ਕੋਲ ਬੈਠ ਗਈ ਹੈ। ਹੁਣ ਉਹਦਾ ਪਤੀ ਵੀ ਹੈਰਾਨ ਹੈ ਵੀ ਘਰੋਂ ਚੰਗੀ ਭਲੀ ਔਰਤ ਲੈ ਕੇ ਆਇਆ, ਇਹ ਸੂਰਨੀ ਬਣ ਗਈ ਹੈ। ਥੋੜਾ ਸਮਾਂ ਲੰਘਿਆ ਤੇ ਉਹ ਬੱਚੇ ਦੀ ਭਗਤੀ ਪੂਰੀ ਹੋਈ, ਦੇਵਤਾ ਪ੍ਰਗਟ ਹੋਇਆ, ਬੱਚੇ ਨੂੰ ਆਖਿਆ ਮੰਗ ਤੈਨੂੰ ਕੀ ਚਾਹੀਦਾ, ਜੋ ਮੰਗੇਗਾ ਤੈਨੂੰ ਮਿਲੇਗਾ। ਤੇ ਬੱਚੇ ਨੇ ਆਖਿਆ ਮੈਨੂੰ ਮੇਰੀ ਮਾਂ ਚਾਹੀਦੀ ਹੈ, ਜਿਹੜੀ ਮੈਨੂੰ ਘਰੋਂ ਨਾਲ ਲੈ ਕੇ ਆਈ ਹੈ ਨਾ, ਮੈਨੂੰ ਉਹੀ ਮਾਂ ਚਾਹੀਦੀ ਹੈ, ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਕਹਿਣ ਲੱਗੇ ਚਲੋ ਤੇਰੀ ਗੱਲ ਵੀ ਪੂਰੀ ਕੀਤੀ, ਤੈਨੂੰ ਵੀ ਤੇਰੀ ਮਾਂ ਦੇ ਦਿੱਤੀ। ਜਿਵੇਂ ਦੇ ਘਰੋਂ ਆਏ ਸੀ ਨਾ ਉਵੇਂ ਦੇ ਹੀ ਰਹਿ ਗਏ। ਪਹਿਲਾਂ ਸੋਹਣਾ ਸਰੂਪ ਮੰਗ ਲਿਆ, ਫਿਰ ਸੂਰ ਬਣ ਗਏ, ਸੂਰ ਤੋਂ ਬਾਅਦ ਵਿੱਚ ਬੱਚੇ ਨੇ ਆਖਿਆ ਮੈਨੂੰ ਮਾਂ ਚਾਹੀਦੀ ਹੈ। ਜਿਵੇਂ ਦੇ ਆਏ ਸਨ ਉਵੇਂ ਦੇ ਵਾਪਸ ਚੱਲ ਪਏ। ਮਹਾਰਾਜ ਕਹਿਣ ਲੱਗੇ ਕਰਮਾਂ ਤੋਂ ਬਿਨਾਂ
ਨਾ ਕੁਝ ਕੋਈ ਦੇ ਸਕਦਾ, ਨਾ ਕੋਈ ਲੈ ਸਕਦਾ ਹੈ। ਫਿਰ ਦੇਵਤਿਆਂ ਦੀ ਪੂਜਾ ਕਰਨੀ। ਅਸਲ ਦੇ ਵਿੱਚ ਸੰਪੈ ਕੋ ਈਸਰ ਧਿਆਈਐ। ਈਸਰ ਨਾਮ ਗੁਰਮੁਖੋ ਸ਼ਿਵ ਜੀ ਦਾ। ਲੋਕ ਨਾ ਮਾਇਆ ਦੇ ਵਾਸਤੇ ਸ਼ਿਵ ਜੀ ਨੂੰ ਜ਼ਿਆਦਾ ਮੰਨਦੇ ਨੇ। ਲੋਕਾਂ ਦੇ ਮਨ ਦਾ ਖਿਆਲ ਇਹ ਹੈ ਵੀ ਸ਼ਿਵ ਜੀ ਨੂੰ ਭੋਲੇਨਾਥ ਆਖਿਆ ਜਾਂਦਾ, ਵੀ ਉਹ ਭੋਲਾ ਹੈ। ਅਸੀਂ ਥੋੜ੍ਹਾ ਜਿਹਾ ਕੋਈ ਜਪ ਤਪ ਕਰਾਂਗੇ, ਭੋਲੇ ਬੰਦੇ ਨੂੰ ਛੇਤੀ ਜਿਹੜਾ ਹੈ ਉਹ ਮਨਾਇਆ ਜਾ ਸਕਦਾ, ਛੇਤੀ ਉਹਦੇ ਕੋਲੋਂ ਆਪਣਾ ਕੰਮ ਕਢਵਾਇਆ ਜਾ ਸਕਦਾ। ਇਹ ਤੇ ਭੋਲਾ ਹੈ, ਇੱਕ ਦੁੱਧ ਦੀ ਗੜਵੀ ਦੇਵਾਂਗੇ, ਨਿੱਕੀ ਮੋਟੀ ਕੋਈ ਪੂਜਾ ਕਰਾਂਗੇ, ਇਹ ਪ੍ਰਸੰਨ ਹੋ ਕੇ ਸਾਨੂੰ ਵਰ ਦੇਵੇਗਾ। ਮਹਾਰਾਜ ਕਹਿਣ ਲੱਗੇ ਸੰਪੈ ਕਉ ਈਸਰ ਧਿਆਈਐ। ਸੰਪੈ ਨਾਮ ਹੈ ਧਨ ਦਾ, ਮਾਇਆ ਦਾ, ਪਦਾਰਥਾਂ ਦਾ, ਵਸਤੂਆਂ ਦਾ। ਈਸਰ ਨਾਮ ਹੈ ਸ਼ਿਵ ਜੀ ਦਾ। ਕਹਿਣ ਲੱਗੇ ਮਾਇਆ ਦੇ ਵਾਸਤੇ ਲੋਕ ਸ਼ਿਵ ਜੀ ਨੂੰ ਮੰਨਦੇ ਨੇ, ਧਿਆਉਂਦੇ ਨੇ, ਪਰ ਸੰਪੈ ਪੁਰਬ ਲਿਖਿਆ ਕੀ ਪਾਈਐ। ਮਿਲਣਾ ਉਹ ਹੈ ਜਿਹੜਾ ਤੇਰੇ ਕਰਮਾਂ 'ਚ ਲਿਖਿਆ। ਕਰਮਾਂ ਤੋਂ ਬਾਹਰੀ ਤੈਨੂੰ ਉਹ ਵੀ ਨਹੀਂ ਦੇ ਸਕਦਾ ਆ ਕੇ। ਜੇ ਕਰਮਾਂ ਤੋਂ ਬਾਹਰੀ ਮਿਲਦਾ ਹੋਵੇ ਤੇ ਆ ਸਾਖੀ ਜਿਹੜੀ ਆਪਾਂ ਸਰਵਣ ਕੀਤੀ ਆ ਵੀ ਉਹ ਸੋਹਣੇ ਵੀ ਬਣ ਜਾਂਦੇ, ਧਨ ਵੀ ਮਿਲ ਜਾਂਦਾ, ਸਭ ਕੁਝ ਹੋ ਜਾਂਦਾ, ਪਰ ਕੁਝ ਨਹੀਂ ਹੋਇਆ। ਜਿਵੇਂ ਦੇ ਆਏ ਉਵੇਂ ਦੇ ਹੀ ਰਹਿ ਗਏ, ਕਿਉਂਕਿ ਕਰਮਾਂ ਵਿੱਚ ਦਾਤ ਨਹੀਂ ਹੈ, ਉਹ ਮਿਲਦੀ ਨਹੀਂ ਹੈ। ਇਸ ਕਰਕੇ ਭਗਤ ਜੀ ਕਹਿਣ ਲੱਗੇ ਕਾਇਓ ਦੇਵਾ। ਇਹ ਦੇਵਤਿਆਂ ਦੀ ਮੰਨਤਾ ਕਰਨੀ, ਮੰਨਣਾ, ਇਹ ਕਾਇਓ ਕੀ ਹੈ? ਇਹ ਤੇ ਕੁਝ ਵੀ ਨਹੀਂ ਹੈ। ਦੇਵਤਿਆਂ ਦੀ ਪੂਜਾ ਵਿੱਚ ਨਾ ਲੱਗ। ਕਾਇਓ ਦੇਵਲ। ਦੇਵਲ ਨਾਮ ਹੈ ਮੰਦਰ, ਬੜੇ ਬੜੇ ਸੋਹਣੇ ਇੱਟਾਂ ਦੇ ਚੂਨੇ ਦੇ ਬਣੇ ਹੋਏ ਮੰਦਰਾਂ ਦੀ ਪੂਜਾ ਵਿੱਚ ਲੱਗਾ ਹੋਇਆ। ਮੈਂ ਇੰਨੀ ਵਾਰੀ ਦਰਸ਼ਨ ਕਰ ਆਇਆ, ਉਹਦੀ ਗਿਣਤੀ ਕਰਦਾ ਪਿਆ। ਮੈਂ 5 ਵਾਰੀ, ਮੈਂ 10 ਵਾਰੀ, ਮੈਂ 20 ਵਾਰੀ ਜਾ ਆਇਆ। ਕਹਿਣ ਲੱਗੇ ਮੰਦਰਾਂ ਦੀ ਦਰਸ਼ਨ ਕਰਨ ਦੀ, ਯਾਤਰਾ ਕਰਨ ਦੀ ਗਿਣਤੀ ਵਿੱਚ ਪਿਆ ਹੋਇਆ। ਇਹ ਕੀ ਹੈ? ਇਹਦੇ ਵਿੱਚੋਂ ਕੁਝ ਨਹੀਂ ਮਿਲੇਗਾ। ਤੇਰੇ ਮਨ ਵਿੱਚ ਮਾਣ ਵੱਧਦਾ ਪਿਆ, ਹੰਕਾਰ ਵੱਧਦਾ ਪਿਆ, ਗਿਣਤੀ ਵੱਧਦੀ ਪਈ ਵੀ ਇੰਨੀ ਵਾਰੀ ਮੈਂ ਜਾ ਆਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਬਚਨ ਇਹ ਹੈ ਕਾਇਓ ਦੇਵਾ ਕਾਇਓ ਦੇਵਲ। ਕੀ ਨੇ ਦੇਵਤੇ? ਪਰਮਾਤਮਾ ਦੀ ਮੌਜ ਬਿਨਾਂ ਕੁਝ ਦੇ ਸਕਣ। ਤੇ ਕਾਇਓ ਦੇਵਲ। ਦੇਵਲ ਤੋਂ ਭਾਵ ਇਹ ਦੁਆਲੇ ਸ਼ਵਾਲੇ ਜਿੰਨੇ ਵੀ ਨੇ, ਚੂਨੇ ਦੀਆਂ ਇੱਟਾਂ ਦੇ ਬਣੇ ਹੋਏ ਮੰਦਰ ਮਸੀਤਾਂ ਵਗੈਰਾ, ਇਹ ਵੀ ਕੀ ਨੇ? ਪਰਮਾਤਮਾ ਹੈ ਤੇ ਤੇਰੇ ਅੰਦਰ ਹੈ, ਪਰ ਤੂੰ ਉਸ ਨੂੰ ਵੇਖਦਾ ਨਹੀਂ ਹੈ। ਕਾਇਓ ਜੰਗਮ ਜਾਤੀ। ਕਹਿਣ ਲੱਗੇ ਇਹ ਜਿਹੜੇ ਜੰਗਮ ਜਾਤੀ ਦੇ ਜੀਵ ਨੇ, ਇਹ ਕੀ ਨੇ? ਜਾਂ ਇਸ ਤਰ੍ਹਾਂ ਕਹਿ ਲਈਏ ਕਿ ਇਹ ਵਿਅਕਤੀ, ਤੂੰ ਆਪਣੇ ਆਪ ਨੂੰ ਜੰਗਮ ਸਮਝ ਕੇ ਤੇ ਜਾਤੀ ਕਹੀਏ ਯਾਤਰਾ ਕਰਦਾ ਪਿਆ, ਮੈਂ ਫਲਾਣੇ ਤੀਰਥ ਤੇ ਚੱਲਿਆ, ਫਲਾਣੇ ਥਾਂ ਤੇ ਚੱਲਿਆ, ਇਹ ਵੀ ਕੀ ਹੈ? ਇਹਦੇ ਵਿੱਚੋਂ ਵੀ ਕੋਈ ਤੈਨੂੰ ਮਿਲਣ ਵਾਲਾ ਨਹੀਂ ਹੈ। ਕਾਇਓ ਧੂਪ ਦੀਪ ਨਹੀਂ ਬੇਦਾ। ਸਤਿਗੁਰੂ ਬਖਸ਼ਿਸ਼ ਕਰਦੇ ਧੂਪ ਤਖਾਉਣੀ। ਇਸੇ ਤਰ੍ਹਾਂ ਦੀਪ ਤੋਂ ਭਾਵ ਦੀਵਾ ਜਗਾਉਣਾ, ਤੇ ਨਈ ਬੇਦਾ ਤੋਂ ਭਾਵ ਹੁੰਦਾ ਗੁਰਮੁਖੋਂ ਮਿੱਠੇ ਮਿੱਠੇ ਪ੍ਰਸ਼ਾਦਿਆਂ ਦਾ, ਮਿੱਠੀਆਂ ਵਸਤੂਆਂ ਦਾ ਭੋਗ ਲਵਾਉਣਾ। ਜਿਵੇਂ ਲੱਡੂ ਦਾ ਕੋਈ ਭੋਗ ਲਵਾਉਂਦਾ, ਕੋਈ ਸੀਰਨੀ ਲੈ ਕੇ ਆਉਂਦਾ, ਕੋਈ ਹੋਰ ਸ਼ੱਕਰ ਪਾਰੇ ਲੈ ਆਉਂਦਾ, ਕੋਈ ਜਲੇਬ ਲੈ ਆਉਂਦਾ, ਕੋਈ ਖੀਰ ਬਣਾ ਲੈਂਦਾ, ਮਿੱਠੇ ਪਦਾਰਥ ਲਿਆ ਕੇ ਭੋਗ ਲਵਾਉਣਾ, ਉਸ ਨੂੰ ਕਿਹਾ ਜਾਂਦਾ ਨਈ ਬੇਦਾ। ਮਹਾਰਾਜ ਕਹਿਣ ਲੱਗੇ ਧੂਫਾਂ ਧੁਖਾ ਦੇ ਜਿੰਨੀਆਂ ਮਰਜ਼ੀ, ਪਰ ਇਕੱਲੀਆਂ ਧੂਫਾਂ ਧਖਾਉਣ ਦੇ ਨਾਲ ਪਰਮਾਤਮਾ ਨਹੀਂ ਉਹ ਮਿਲਦਾ। ਜੇ ਮਿਲਦਾ ਹੋਵੇ, ਜਿਸ ਫੈਕਟਰੀ ਵਿੱਚ ਬਣਦੀਆਂ ਪਈਆਂ, ਰੱਬ ਪਹਿਲਾਂ ਉੱਥੇ ਪ੍ਰਗਟ ਹੋ ਜਾਂਦਾ। ਜੇ ਤੂੰ ਇਹ ਗੱਲ ਕਵੇਂ ਵੀ ਦੀਵੇ ਜਗਾਵਾਂਗਾ, ਦੀਵੇ ਜਗਾ ਕੇ ਵੀ ਨਹੀਂ ਉਹ ਮਿਲਦਾ ਹੈ। ਦੀਵਾ ਜਗਾ ਕੇ ਭਾਵੇਂ 1, ਭਾਵੇਂ 2, ਭਾਵੇਂ 1000 ਦੀਵਾ ਜਗਾ ਕੇ ਰੱਖ ਦੇ, ਬਹੁਤੇ ਦੀਵੇ ਜਗਾਉਣ ਨਾਲ ਵੀ ਉਹ ਮਿਲੇਗਾ ਨਹੀਂ। ਆਪਾਂ ਵੀ ਇਸੇ ਤਰ੍ਹਾਂ ਕਰਦੇ ਨਾ, ਦੀਵਾਲੀ ਦਾ ਤਿਉਹਾਰ ਆਉਂਦਾ, ਅਸੀਂ ਇੱਕ ਦੀ ਥਾਂ ਤੇ 10-10, 20-20 ਮੋਮਬੱਤੀਆਂ ਲਾ ਦਿੰਦੇ, ਪਰ ਉਹ ਮੋਮਬੱਤੀਆਂ ਤੇ ਮਾੜੀ ਹਵਾ ਪ੍ਰਦੂਸ਼ਣ ਕਰਦੀਆਂ, ਹਵਾ ਗੰਦਾ ਕਰ ਦਿੰਦੀਆਂ, ਵਾਤਾਵਰਨ ਖਰਾਬ ਕਰ ਦਿੰਦੀਆਂ, ਬਿਮਾਰੀ ਦਾ ਕਾਰਨ, ਔਰ ਗੁਰਦੁਆਰੇ ਦਾ, ਗੁਰੂ ਘਰ ਦਾ ਫਰਸ਼ ਗੰਦਾ ਹੋ ਜਾਂਦਾ, ਜਿਹੜਾ ਬਾਅਦ ਵਿੱਚ ਉਹ ਮੋਮ ਲੈਂਦੀ ਨਹੀਂ ਹੈ। ਸਾਡੇ ਮਨ ਵਿੱਚ ਇਹ ਹੈ ਵੀ ਮੈਂ ਬਹੁਤੀਆਂ ਮੋਮਬੱਤੀਆਂ ਜਗਾ ਦੇਵਾਂਗਾ ਤੇ ਮੈਨੂੰ ਜ਼ਿਆਦਾ ਖੁਸ਼ੀ ਮਿਲੇਗੀ। ਦੀਵਾ ਤੇ ਇੱਕ ਹੀ ਜਗਾ ਦੇ ਦੇਸੀ ਘਿਓ ਦਾ, ਉਹੀ ਬੜਾ ਹੈ, ਕਿਉਂਕਿ ਦੇਸੀ ਘਿਓ ਦਾ ਦੀਵਾ ਪ੍ਰਦੂਸ਼ਣ ਨਹੀਂ ਕਰਦਾ, ਸਗੋਂ ਹਵਾ ਨੂੰ ਸਾਫ਼ ਕਰਦਾ, ਨਾਲ ਚਾਨਣ ਵੀ ਕਰਦਾ। ਤੇਰਾ ਇੱਕ ਹੀ ਮਨਜ਼ੂਰ ਹੋ ਗਿਆ, ਇੱਕ ਹੀ 1.25 ਲੱਖ ਵਰਗਾ ਹੈ, ਪਰ ਤੂੰ ਉਹ ਤੇ ਜਗਾਇਆ ਨਹੀਂ। ਬਾਕੀ ਥਾਂ ਤੇ ਮੋਮਬੱਤੀਆਂ ਬਾਲ ਕੇ ਧੂੰਆਂ ਕੀਤਾ, ਉਹ ਭਾਵੇਂ ਤੂੰ 2-4 ਡੱਬੇ ਬਾਲ ਦੇ, ਉਹਦੇ ਨਾਲ ਕੁਝ ਨਹੀਂ ਹੋਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਾਇਓ ਧੂਪ ਦੀਪ ਨਈ ਬੇਦਾ।
ਜਿੰਨੀਆਂ ਮਰਜ਼ੀ ਧੂਪਾਂ ਧੁਖਾ ਦੇ, ਧੂਪ ਦਿਖਾਉਣ ਦੇ ਨਾਲ ਕਾਇਓ ਕੀ ਹੋਵੇਗਾ? ਕੁਝ ਨਹੀਂ ਹੋਣਾ, ਕੁਝ ਨਹੀਂ ਮਿਲਣਾ। ਤੇ ਦੀਪ ਤੋਂ ਭਾਵ ਦੀਵੇ। ਦੀਵੇ ਇੱਕ ਦੀ ਥਾਂ ਤੇ ਭਾਵੇਂ ਤੂੰ ਸਾਰੇ ਕੰਧ ਕੋਠੇ ਭਰ ਦੇ, ਛੱਤਾਂ ਭਰ ਦੇ, ਦੀਵੇ ਜਗਾ ਜਗਾ ਕੇ, ਬਹੁਤੇ ਦੀਵੇ ਜਗਾ ਕੇ ਵੀ ਕਾਇਓ ਕੀ ਹੋਣਾ? ਕੁਝ ਨਹੀਂ ਹੋਣਾ। ਤੇ ਨਾਲ ਹੀ ਬਚਨ ਕਰਦੇ ਨਈ ਬੇਦਾ। ਨਈ ਬੇਦਾ ਤੋਂ ਭਾਵ ਹੈ ਮਿੱਠੇ ਪ੍ਰਸ਼ਾਦੇ, ਮਿੱਠੀਆਂ ਵਸਤੂਆਂ, ਖੀਰ, ਮਠਿਆਈਆਂ ਇਤਿਆਦਿਕ ਡੱਬਿਆਂ ਦੇ ਡੱਬੇ ਭਰ ਭਰ ਲਈਆ, ਮੈਂ ਫਲਾਣੇ ਦੇਵਤੇ ਨੂੰ ਭੋਗ ਲਵਾਉਣਾ ਹੈ। ਕਹਿਣ ਲੱਗੇ ਮਿੱਠਿਆਂ ਦੇ ਲਿਆਂਦੇ ਡੱਬੇ, ਇਹਨਾਂ ਦੇ ਨਾਲ ਵੀ ਕਾਇਓ ਕੀ ਹੋਣਾ? ਕੁਝ ਨਹੀਂ ਹੋਣਾ, ਕੁਛ ਨਹੀਂ ਇਹਦੇ ਵਿੱਚੋਂ ਪ੍ਰਾਪਤ ਹੋਣਾ ਹੈ। ਇਹ ਤੂੰ ਭਰਮ ਦੇ ਵਿੱਚ ਪੈ ਗਿਆ ਹੈ। ਕਾਇਓ ਪੂਜੋ ਪਾਤੀ। ਅਤੇ ਇਸੇ ਤਰ੍ਹਾਂ ਕਹਿ ਲਈਏ ਪਾਤੀ ਜਿਹੜੇ ਪੱਤਰੇ ਨੇ, ਤੁਲਸੀ ਦੇ ਪੱਤਿਆਂ ਦੀ ਪੂਜਾ ਕਰਨੀ, ਹੋਰ ਕਈ ਪੱਤੇ ਲਿਆ ਕੇ ਪੂਜਾ ਕਰਨੀ, ਕਰਾਉਣੀ। ਕਹਿਣ ਲੱਗੇ ਕਾਇਓ ਕੀ ਹੈ? ਕੁਝ ਨਹੀਂ ਹੈ। ਪੂਜਾ ਵਿੱਚ ਲੱਗਾ ਹੋਇਆ, ਰੱਬ ਦੇ ਨਾਮ ਨੂੰ ਜਪਦਾ ਨਹੀਂ, ਆਖਦਾ ਇਹਦੇ ਨਾਲ ਪ੍ਰਾਪਤੀ ਹੋਵੇਗੀ, ਕੋਈ ਪ੍ਰਾਪਤੀ ਨਹੀਂ ਹੈ। ਕਾਇਆ ਬਹੁ ਖੰਡ ਖੋਜ ਤੇ ਨਵਨਿਤ ਪਾਈ। ਇਹ ਜਿਹੜੀ ਕਾਇਆ ਹੈ ਨਾ, ਸਰੀਰ, ਇਹ ਬਹੁ ਖੰਡ, ਬੜੇ ਵੱਖਰੇ ਵੱਖਰੇ ਹਿੱਸਿਆਂ ਦੀ ਬਣੀ ਹੋਈ ਇਹ ਦੇਹੀ ਹੈ। ਖੰਡ ਨਾਮ ਹਿੱਸੇ ਦਾ ਹੀ ਹੈ। ਸਾਡੇ ਕਿੰਨੇ ਜੋੜ ਨੇ ਸਰੀਰ ਦੇ ਵਿੱਚ, ਜਿੱਥੋਂ ਜਿੱਥੋਂ ਸਰੀਰ ਮੁੜਦਾ ਹੈ, ਵੱਖਰੇ ਵੱਖਰੇ ਪੁਰਜੇ ਰੱਬ ਨੇ ਫਿੱਟ ਕੀਤੇ ਸਾਡੇ ਸਰੀਰ ਦੇ ਅੰਦਰ, ਔਰ ਉਹ ਸਾਰੇ ਆਪੋ ਆਪਣਾ ਕੰਮ ਕਰਦੇ ਪਏ। ਜਿਵੇਂ ਅੱਖਾਂ ਨੂੰ ਵੇਖਣ ਦੀ ਡਿਊਟੀ ਮਿਲੀ ਹੈ, ਕੰਨਾਂ ਨੂੰ ਸੁਣਨ ਦੀ ਮਿਲੀ ਹੈ, ਜ਼ੁਬਾਨ ਨੂੰ ਬੋਲਣ ਦਾ ਕੰਮ ਮਿਲਿਆ ਹੋਇਆ, ਪੈਰਾਂ ਨੂੰ ਚੱਲਣ ਵਾਸਤੇ ਉਹਨੇ ਲਾਇਆ, ਹੱਥਾਂ ਨੂੰ ਕੰਮਕਾਰ, ਗਰਦਨ ਮੁੜਦੀ ਪਈ ਹੈ, ਲੱਕ ਮੁੜਦਾ ਪਿਆ, ਗੋਡਾ ਮੁੜਦਾ ਪਿਆ। ਇਹ ਸਾਰੇ ਪੁਰਜੇ ਰੱਬ ਨੇ ਸਾਡੇ ਸਰੀਰ ਵਿੱਚ ਲਾਏ ਨੇ। ਇਹਨਾਂ ਨੂੰ ਵੱਖ-ਵੱਖ ਕੰਮ ਦਿੱਤੇ ਗਏ ਵੀ ਇਸ ਟਾਈਮ ਤੂੰ ਆਹ ਕੰਮ ਕਰਨਾ ਹੈ। ਮਹਾਰਾਜ ਕਹਿਣ ਲੱਗੇ ਕਾਇਆ ਬਹੁ ਖੰਡ ਖੋਜ ਤੇ। ਇਹ ਜਿਹੜੀ ਬਹੁਤ ਹਿੱਸਿਆਂ ਦੀ ਕਾਇਆ ਹੈ ਨਾ, ਇਹਦੇ ਵਿੱਚ ਖੋਜਦਿਆਂ ਖੋਜਦਿਆਂ, ਲੱਭਦਿਆਂ ਲੱਭਦਿਆਂ ਉਸ ਵੇਲੇ ਇਹ ਯਤਨ ਕੀਤਾ ਹੈ ਲੱਭਣ ਦਾ ਕਿ ਲੱਭ ਜਾਣਾ ਕਰੇ। ਨਵ ਨਿਧ ਪਾਈ। ਅਤੇ 9 ਨਿਧੀਆਂ ਜਿਹੜੀਆਂ ਨੇ ਇਸੇ ਸਰੀਰ ਵਿੱਚੋਂ ਹੀ ਮਿਲਦੀਆਂ। 9 ਨਿਧੀਆਂ ਬਾਹਰੋਂ ਨਹੀਂ ਮਿਲਣਗੀਆਂ ਤੁਹਾਨੂੰ, ਬਾਜ਼ਾਰ ਵਿੱਚੋਂ, ਪਹਾੜ ਵਿੱਚੋਂ, ਜੰਗਲ ਵਿੱਚੋਂ ਨਹੀਂ। 9 ਨਿਧੀਆਂ ਤੇ 18 ਸਿੱਧੀਆਂ ਇਸੇ ਸਰੀਰ ਵਿੱਚੋਂ ਹੀ ਮਿਲਦੀਆਂ ਨੇ। ਮਹਾਰਾਜ ਕਹਿਣ ਲੱਗੇ ਕਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ। ਇਹ ਬਹੁਤ ਹਿੱਸਿਆਂ ਦੀ ਜਿਹੜੀ ਕਾਇਆ ਹੈ ਨਾ, ਸਾਡਾ ਸਰੀਰ, ਇਹਦੇ ਵਿੱਚੋਂ ਹੀ ਲੱਭਦਿਆਂ ਲੱਭਦਿਆਂ 9 ਨਿਧੀਆਂ ਮਿਲਣੀਆਂ, 18 ਸਿੱਧੀਆਂ ਮਿਲ ਜਾਣੀਆਂ। ਇਹ ਸਭ ਕੁਝ ਇਸ ਸਰੀਰ ਵਿੱਚੋਂ ਪ੍ਰਾਪਤ ਹੁੰਦਾ ਹੈ। ਨਾ ਕਛ ਆਇਬੋ ਨਾ ਕਛ ਜਾਇਬੋ, ਰਾਮ ਕੀ ਦੁਹਾਈ। ਭਗਤ ਜੀ ਕਹਿਣ ਲੱਗੇ ਵਾਸਤਵ ਦੇ ਵਿੱਚ ਗੁਰਮੁਖੋ ਨਾ ਕਿਛ ਆਇਬੋ, ਨਾ ਹੀ ਕੁਝ ਆਉਂਦਾ ਹੈ। ਅਸੀਂ ਵੇਖਦੇ ਨਾ ਫਲਾਣਾ ਜਨਮ ਲੈ ਕੇ ਆਇਆ, ਸਾਨੂੰ ਦੀਦਾ ਪਿਆ ਵੀ ਇਹ ਸਰੀਰ ਆਉਂਦਾ ਪਿਆ। ਅਸੀਂ ਦੇਖਦੇ ਪਏ ਫਲਾਣਾ ਮਰ ਕੇ ਜਾਂਦਾ ਪਿਆ, ਕਿਉਂਕਿ ਸਾਡੀ ਬਿਰਤੀ ਸੰਸਾਰੀ ਹੈ। ਮਹਾਰਾਜ ਕਹਿਣ ਲੱਗੇ ਨਿਰੰਕਾਰੀ ਬਿਰਤੀ ਵਾਲਿਆਂ ਨੂੰ ਸਾਰਿਆਂ ਵਿੱਚ ਪਰਮਾਤਮਾ ਹੀ ਦਿਸਦਾ। ਉਹ ਕਹਿਣ ਲੱਗੇ ਕਿ ਨਾ ਸਾਡੀ ਨਜ਼ਰ ਵਿੱਚ ਕੁਝ ਆ ਰਿਹਾ, ਨਾ ਸਾਡੀ ਨਜ਼ਰ ਵਿੱਚ ਕੁਝ ਜਾ ਰਿਹਾ ਹੈ। ਅਸੀਂ ਤੇ ਸਾਰਿਆਂ ਦੇ ਵਿੱਚ ਪਰਮਾਤਮਾ ਨੂੰ ਵੇਖਿਆ। ਨਾ ਕਿਛ ਆਏ ਬੋ, ਵਾਸਤਵ ਦੇ ਵਿੱਚ ਕੋਈ ਨਹੀਂ ਆ ਰਿਹਾ, ਪਰਮਾਤਮਾ ਹੀ ਆ ਰਿਹਾ ਸਾਰਿਆਂ ਦੇ ਵਿੱਚ, ਉਹਦੇ ਬਿਨਾਂ ਕੁਝ ਨਹੀਂ ਆ ਰਿਹਾ। ਨਾ ਕਿਛ ਜਾਏ ਬੋ, ਨਾ ਹੀ ਦੁਨੀਆ ਤੋਂ ਕੁਝ ਜਾਣਾ ਹੈ। ਪਰਮਾਤਮਾ ਸਦਾ ਰਹਿਣ ਵਾਲਾ ਹੈ। ਇਹ ਮਤਾ ਸੋਚ ਵੀ ਮੇਰਾ ਸਰੀਰ ਨਹੀਂ ਰਹੇਗਾ ਤੇ ਮੇਰੇ ਅੰਦਰ ਪਰਮਾਤਮਾ ਬੈਠਾ, ਉਹ ਵੀ ਪੂਰਾ ਹੋ ਜਾਏਗਾ, ਨਹੀਂ। 100 ਘੜਾ ਪਾਣੀ ਦਾ ਭਰਿਆ ਹੋਇਆ, ਪਾਣੀ ਦੇ 100 ਘੜੇ ਭਰ ਕੇ ਉਹਨਾਂ ਉੱਤੋਂ ਚੱਪਣੀ ਉਤਾਰ ਦਿੱਤੀ ਹੈ, ਚੱਪਣ ਉਤਾਰ ਦਿੱਤਾ ਹੈ। ਇੰਨੇ ਚਿਰ ਨੂੰ ਗੁਰਮੁਖੋ ਸੂਰਜ ਚੜ੍ਹ ਗਿਆ ਹੈ। ਸੂਰਜ ਦਾ ਪ੍ਰਕਾਸ਼, ਸੂਰਜ ਦਾ ਪ੍ਰਤੀਬਿੰਬ, ਸੂਰਜ ਦੀ ਫੋਟੋ ਉਸ ਪਾਣੀ ਦੇ ਘੜੇ ਵਿੱਚ ਦਿਸਦੀ ਪਈ ਹੈ। 100 ਘੜਾ ਤੇ 100 ਹੀ ਸੂਰਜ ਦਿਸਦਾ ਪਿਆ। ਪਰ ਜੇ ਕੋਈ ਬੰਦਾ ਇਹ ਗੱਲ ਕਵੇ ਕਿ ਮੈਂ ਘੜਾ ਤੋੜ ਦਿਆਂਗਾ ਇੱਟ ਮਾਰ ਕੇ ਤੇ ਨਾਲ ਹੀ ਸੂਰਜ ਟੁੱਟ ਜਾਏਗਾ, ਉਹ ਤੇ ਨਹੀਂ ਨਾ ਟੁੱਟੇਗਾ। ਘੜਾ ਟੁੱਟਣ ਦੇ ਨਾਲ ਪਾਣੀ ਡੁੱਲ ਜਾਏਗਾ, ਘੜਾ ਰੂਪੀ ਭਾਂਡਾ ਟੁੱਟ ਜਾਏਗਾ। ਪਰ ਜਿਹੜਾ ਸੂਰਜ ਦੀ ਵਿੱਚ ਉਹਦੇ ਫੋਟੋ ਆ ਰਹੀ ਸੀ, ਸੂਰਜ ਨਹੀਂ ਟੁੱਟੇਗਾ, ਉਹ ਜਿਉਂ ਦਾ ਤਿਉਂ ਹੀ ਬਣਿਆ ਹੋਇਆ, ਭਾਵੇਂ 100 ਦਾ 100 ਹੀ ਘੜਾ ਤੋੜ ਦੇਈਏ। ਇਸੇ ਤਰ੍ਹਾਂ ਉਹ ਪ੍ਰਮਾਤਮਾ ਤੇਰੇ ਅੰਦਰ ਹੈ। ਸਾਡੇ ਸਰੀਰਾਂ ਰੂਪੀ ਘੜੇ ਭਾਵੇਂ ਟੁੱਟ ਵੀ ਜਾਣ, ਮੌਤ ਵੀ ਹੋ ਜਾਵੇ, ਸੰਸਕਾਰ ਵੀ ਹੋ ਜਾਵੇ, ਇਹ ਮਤਾ ਸੋਚੀ ਵੀ ਉਹ ਰੱਬ ਵੀ ਮੇਰੇ ਅੰਦਰ ਹੀ ਪੂਰਾ ਹੋ ਗਿਆ, ਖਤਮ ਹੋ ਗਿਆ, ਉਹਦਾ ਵੀ ਸੰਸਕਾਰ ਹੋ ਗਿਆ। ਨਹੀਂ, ਘੜਾ ਟੁੱਟਣ ਦੇ ਨਾਲ ਸੂਰਜ ਖਤਮ ਨਹੀਂ ਹੁੰਦਾ।
ਉਹ ਉਸੇ ਤਰ੍ਹਾਂ ਹੀ ਚਮਕਦਾ ਪਿਆ ਹੈ। ਤੇਰਾ ਸਰੀਰ ਰੂਪੀ ਘੜਾ ਟੁੱਟੇਗਾ ਤੇ ਪ੍ਰਮਾਤਮਾ ਮੁੱਕੇਗਾ ਨਹੀਂ। ਉਹ ਉਸੇ ਤਰ੍ਹਾਂ ਹੀ ਹੈ, ਸਾਰਿਆਂ ਦੇ ਵਿੱਚ ਸਭ ਮੈਂ ਜੋਤ ਜੋਤ ਹੈ, ਇਸ ਤਰ੍ਹਾਂ ਦਾ ਉਹ ਪ੍ਰਮਾਤਮਾ। ਮਹਾਰਾਜ ਕਹਿਣ ਲੱਗੇ ਨਾ ਕਿਛ ਆਏਬੋ ਨਾ ਕਿਛ ਜਾਏਬੋ। ਵਾਸਤਵ ਦੇ ਵਿੱਚ, ਹਕੀਕਤ ਵਿੱਚ ਕੋਈ ਨਹੀਂ ਆਉਂਦਾ ਦੁਨੀਆ ਦੇ ਵਿੱਚ, ਪ੍ਰਮਾਤਮਾ ਹੀ ਸਾਰਿਆਂ ਵਿੱਚ ਹੈ। ਤੇ ਨਾ ਕਿਛ ਜਾਏਬੋ, ਨਾ ਹੀ ਕੁਝ ਜਾਣਾ ਹੈ, ਕਿਉਂਕਿ ਪ੍ਰਮਾਤਮਾ ਤੂੰ ਸਦਾ ਸਲਾਮਤ ਨਿਰੰਕਾਰ, ਉਹ ਸਦਾ ਰਹਿਣ ਵਾਲਾ ਹੈ। ਇਸ ਕਰਕੇ ਜਾਣਾ ਕੀ ਹੈ। ਰਾਮ ਕੀ ਦੁਹਾਈ। ਇਹ ਦੁਹਾਈ ਤੋਂ ਭਾਵ ਹੁੰਦਾ ਗੁਰਮੁਖੋ ਸਹੁੰ ਖਾਣੀ। ਭਗਤ ਪੀਪਾ ਜੀ ਕਹਿਣ ਲੱਗੇ ਉਹ ਸੰਸਾਰ ਦੇ ਲੋਕੋ, ਇਹ ਗੱਲ ਮੈਂ ਰਾਮ ਦੀ ਸਹੁੰ ਖਾ ਕੇ ਕਹਿੰਦਾ, ਰੱਬ ਦੀ ਸਹੁੰ ਖਾ ਕੇ ਇਹ ਗੱਲ ਕਹਿੰਦਾ ਵੀ ਇਹ ਗੱਲ ਸੱਚੀ ਹੈ, ਯਕੀਨ ਕਰ ਲਵੋ ਤੁਸੀਂ ਮੇਰੇ ਉੱਪਰ। ਤੁਹਾਨੂੰ ਇਹ ਨਾ ਲੱਗੇ ਵੀ ਮੈਂ ਬਚਨ ਕੱਚਾ ਬੋਲਿਆ ਜਾਂ ਅਧੂਰਾ ਬੋਲਿਆ ਜਾਂ ਇਹ ਬਚਨ ਠੀਕ ਨਹੀਂ ਹੈ। ਅਸਲ ਵਿੱਚ ਨਾ ਕਿ ਜਾਉਂਦਾ ਹੈ ਨਾ ਕਿਸੇ ਜਾਂਦਾ ਹੈ। ਰਾਮ ਕੀ ਦੁਹਾਈ, ਮੈਂ ਰਾਮ ਦੀ ਦੁਹਾਈ ਦੇ ਕੇ, ਰਾਮ ਦੀ ਸਹੁੰ ਖਾ ਕੇ, ਰੱਬ ਦੀ ਸਹੁੰ ਖਾ ਕੇ ਇਹ ਗੱਲ ਕਹਿੰਦਾ, ਇਹ ਗੱਲ ਸੱਚੀ ਹੈ, ਇਹਦੇ ਵਿੱਚ ਕੋਈ ਝੂਠ ਨਹੀਂ ਹੈ। ਫਿਰ ਬਖਸ਼ਿਸ਼ ਕਰਦੇ ਹਨ। ਨਾ ਕਛ ਆਈਬੋ ਨਾ ਕਛ ਜਾਈਬੋ, ਰਾਮ ਕੀ ਦੁਹਾਈ। ਭਗਤ ਪੀਪਾ ਜੀ ਕਹਿਣ ਲੱਗੇ ਮੈਂ ਦੁਹਾਈ ਪਾ ਕੇ, ਦੁਹਾਈ ਹੁੰਦਾ ਹਾਲ ਬੋੜੀ ਕਰਨੀ, ਉੱਚੀ ਉੱਚੀ ਬੋਲਣਾ। ਕਹਿਣ ਲੱਗੇ ਉੱਚੇ ਚੜ੍ਹ ਕੇ, ਉੱਚੀ ਥਾਂ ਤੇ ਬੈਠ ਕੇ ਮੈਂ ਇਹ ਦੁਹਾਈ ਪਾਈ ਹੈ, ਇਹ ਰੌਲਾ ਪਾਇਆ, ਇਹ ਸਭ ਨੂੰ ਦੱਸਿਆ ਹੈ। ਉਹ ਦੁਨੀਆ ਦੇ ਲੋਕੋ, ਮੈਂ ਉੱਚੀ ਆਵਾਜ਼ ਦੇ ਵਿੱਚ ਬੋਲਦਾ ਪਿਆ, ਤੁਸੀਂ ਸਾਰੇ ਜਾਣੇ ਸੁਣ ਲੈਣਾ ਕਰੋ। ਅਸਲ ਵਿੱਚ ਕੋਈ ਨਹੀਂ ਇੱਥੋਂ ਮਰ ਕੇ ਜਾਂਦਾ, ਕੋਈ ਨਹੀਂ ਇੱਥੇ ਜੰਮ ਕੇ ਆਉਂਦਾ। ਇਹ ਤੇ ਪਰਮਾਤਮਾ ਦੀ ਆਪਣੀ ਇੱਕ ਮੌਜ ਹੈ। ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਠਾਈ। ਦੁਨੀਆ ਵਿੱਚ ਪਰਮਾਤਮਾ, ਪਰਮਾਤਮਾ ਵਿੱਚ ਦੁਨੀਆ ਹੈ, ਉਹ ਕਦੇ ਮੁੱਕਦਾ ਨਹੀਂ। ਇਹ ਦੁਹਾਈ ਪਾ ਕੇ, ਉੱਚੀ ਬੋਲ ਕੇ, ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ। ਪੁਕਾਰ ਤੋਂ ਵੀ ਭਾਵ ਹੁੰਦਾ ਗੁਰਮੁਖੋ ਉੱਚੀ ਉੱਚੀ ਪੁਕਾਰਨਾ, ਬੋਲਣਾ। ਸੰਤਾਂ ਨੇ ਵੀ ਉੱਚੀ ਉੱਚੀ ਬੋਲ ਕੇ ਇਹ ਗੱਲ ਦੱਸੀ ਹੈ ਕਿ ਪ੍ਰਮਾਤਮਾ ਜਿਹੜਾ ਹੈ ਨਾ, ਉਹ ਹਰੇਕ ਹਿਰਦੇ ਵਿੱਚ ਸਮਾਇਆ ਹੋਇਆ ਹੈ। ਰਹਾਉ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਪੀਪਾ ਜੀ ਕਹਿਣ ਲੱਗੇ ਜੋ ਬ੍ਰਹਮੰਡੇ, ਜੋ ਕੁਝ ਬ੍ਰਹਮੰਡ ਦੇ ਵਿੱਚ ਹੈ, ਕਿਉਂਕਿ ਬ੍ਰਹਮੰਡ ਵੀ ਗੁਰਮੁਖੋ ਪੰਜਾਂ ਤੱਤਾਂ ਦਾ ਹੀ ਬਣਿਆ। ਪਾਣੀ ਹੈ, ਅੱਗ ਹੈ, ਹਵਾ ਹੈ, ਧਰਤੀ ਤੇ ਆਕਾਸ਼, ਇਹ ਪੰਜ ਤੱਤ ਨੇ ਜਿਹਦੇ ਨਾਲ ਬ੍ਰਹਮੰਡ ਬਣਿਆ। ਜੋ ਬ੍ਰਹਮੰਡੇ ਸੋਈ ਪਿੰਡੇ, ਪਿੰਡ ਕਹਿੰਦੇ ਇਹ ਸਰੀਰ, ਪਿੰਡਾ। ਮਹਾਰਾਜ ਕਹਿਣ ਲੱਗੇ ਸਰੀਰ ਵੀ ਪੰਜਾਂ ਤੱਤਾਂ ਦਾ ਹੀ ਬਣਿਆ। ਹਵਾ ਤੋਂ ਬਣਿਆ, ਅੱਗ ਤੋਂ ਬਣਿਆ ਹੈ, ਇਸੇ ਤਰ੍ਹਾਂ ਪਾਣੀ ਤੋਂ ਬਣਿਆ, ਮਿੱਟੀ ਤੋਂ ਬਣਿਆ ਹੈ, ਤੇ ਆਕਾਸ਼ ਤੋਂ। ਇਹ ਪੰਜ ਤੱਤ ਨੇ, ਪੰਜਾਂ ਤੱਤਾਂ ਦਾ ਹੀ ਸਰੀਰ ਬਣਿਆ। ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ। ਨਵੇਂ ਮਹੱਲੇ ਦੇ ਸਲੋਕਾਂ ਵਿੱਚ ਵੀ ਮਹਾਰਾਜ ਨੇ ਆਖਿਆ ਨਾ ਵੀ ਇਹ ਸਰੀਰ ਤੇਰਾ ਪੰਜਾਂ ਤੱਤਾਂ ਦਾ ਬਣਿਆ ਹੈ। ਜਿਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਸਿੱਧਾ ਨੇ ਆਖਿਆ ਨਾ ਮਹਾਰਾਜ ਚਲੋ ਆਪਾਂ ਲੁਕਣ ਮੀਚੀ ਖੇਲੀਏ, ਜਿਹੜਾ ਜਿਹਨੂੰ ਲੱਭ ਲਵੇਗਾ ਉਹ ਵੱਡਾ ਹੋਵੇਗਾ, ਜਿਹੜਾ ਨਾ ਲੱਭਿਆ ਜਾਵੇਗਾ ਉਹ ਛੋਟਾ ਹੋ ਜਾਏਗਾ। ਇੱਕ ਤਰੀਕਾ ਉਹਨਾਂ ਨੇ ਅਪਣਾਇਆ ਵੀ ਵੱਡਾ ਕੌਣ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਪਹਿਲਾਂ ਤੇ ਨਾ ਮੰਨੇ, ਪਰ ਜਦੋਂ ਵਾਰ-ਵਾਰ ਉਹਨਾਂ ਨੇ ਆਖਿਆ ਨਾ ਮਹਾਰਾਜ ਤੁਸੀਂ ਲੱਗਦਾ ਸਾਡੇ ਤੋਂ ਡਰ ਗਏ ਹੋ, ਕਿਉਂਕਿ ਅਸੀਂ ਤੁਹਾਨੂੰ ਲੱਭ ਲੈਣਾ ਹੈ, ਪਰ ਤੁਹਾਡੇ ਕੋਲੋਂ ਨਹੀਂ ਅਸੀਂ ਲੱਭੇ ਜਾਣਾ। ਤੇ ਸਤਿਗੁਰਾਂ ਨੇ ਆਖਿਆ, ਕਹਿਣ ਲੱਗੇ ਚਲੋ ਠੀਕ ਹੈ, ਤੁਸੀਂ ਲੁਕੋ ਪਹਿਲਾਂ, ਅਸੀਂ ਪਹਿਲਾਂ ਲੱਭਾਂਗੇ, ਫਿਰ ਸਾਨੂੰ ਤੁਸੀਂ ਲੱਭਿਓ। ਕਹਿਣ ਲੱਗੇ ਠੀਕ ਹੈ। ਇਹ ਹੁਣ ਜਿਹੜੇ ਸਿੱਧ ਸਨ, ਇਹਨਾਂ ਨੇ ਆਪਣੇ ਵੱਖਰੇ ਵੱਖਰੇ ਰੂਪ ਬਣਾ ਲਏ। ਕੋਈ ਮੱਛਰ ਬਣ ਗਿਆ, ਕੋਈ ਮੱਖੀ ਬਣ ਗਿਆ, ਕੋਈ ਤੋਤਾ ਬਣ ਗਿਆ, ਕੋਈ ਪਤਾਲ ਵਿੱਚ ਲੁਕ ਗਿਆ, ਕੋਈ ਸਮੁੰਦਰ ਵਿੱਚ ਵੜ ਗਿਆ, ਕੋਈ ਆਕਾਸ਼ ਵਿੱਚ ਚੜ੍ਹ ਗਿਆ ਜਾ ਕੇ। ਜਿਹੜੀਆਂ ਆਪਾਂ ਗੁਰਮੁਖੋਂ ਗੱਲਾਂ ਕਰਦੇ ਨਾ ਰਿਧੀਆਂ ਸਿੱਧੀਆਂ, ਇਹ ਰਿਧੀ ਸਿੱਧੀ ਵਿੱਚ ਇਹ ਕਰਾਮਾਤ ਆ ਜਾਂਦੀ ਹੈ ਵੀ ਬੰਦਾ ਆਪਣੀ ਦੇਹ ਨੂੰ ਜਿੱਧਰ ਨੂੰ ਮਰਜ਼ੀ ਲਿਜਾ ਸਕਦਾ, ਜੋ ਮਰਜ਼ੀ ਬਣ ਸਕਦਾ ਹੈ। ਗਸ਼ੇਨ ਨੈਣ ਭਾਰੇਣ ਨਾਨਕ ਬਿਨਾ ਸਾਧੂ ਨਾ ਸਿੱਧਿਆ ਤੇ, ਪਰਮਾਣੂ ਪ੍ਰਦੰਤ ਆਕਾਸ਼ਾ ਦੀਪ ਲੋ ਸੇ ਖੰਡਨਾ। ਬੰਦੇ ਵਿੱਚ ਇੰਨੀ ਤਾਕਤ ਵੀ ਆ ਸਕਦੀ ਹੈ ਕਿ ਪਰਮਾਣੂ ਦੇ ਨਾਲੋਂ ਵੀ ਬੰਦਾ ਤੇਜ਼ ਦੌੜ ਸਕਦਾ, ਇੰਨਾ ਤੇਜ਼ ਦੌੜ ਸਕਦਾ ਹੈ ਕਿ ਅੱਖ ਨੂੰ ਖੋਲ੍ਹਣ ਤੇ ਮੀਟਣ ਦੇ ਸਮੇਂ ਦੇ ਵਿੱਚ ਪੂਰੀ ਧਰਤੀ ਦਾ ਚੱਕਰ ਲਾਉਣ ਦੀ ਵੀ ਸਮਰੱਥਾ ਆ ਜਾਂਦੀ ਹੈ। ਇੰਨੀ ਵੱਡੀ ਤਾਕਤ ਇਹਨਾਂ ਰਿਧੀਆਂ ਸਿੱਧੀਆਂ ਨਾਲ ਵਿਅਕਤੀ ਦੇ ਕੋਲ ਆਉਂਦੀ ਹੈ। ਪਰਮਾਣੂ ਪ੍ਰਜੰਤ ਆਕਾਸ਼ ਹੈ ਦੀਪ ਲੋ ਸੇ ਖੰਡਨਾ। ਭਾਵੇਂ 7 ਦੀਪ ਨੇ, ਭਾਵੇਂ ਇਸੇ ਤਰ੍ਹਾਂ
ਵੱਖਰੇ ਵੱਖਰੇ ਸਮੁੰਦਰ ਨੇ। ਵਿਸ਼ੇਨ ਨੈਣ ਭਾਰੇਣ ਨਾਨਕ, ਅੱਖਾਂ ਦੇ ਖੋਲਣ ਤੇ ਮੀਟਣ ਦੇ ਸਮੇਂ ਦੇ ਵਿੱਚ ਬੰਦਾ ਚੱਕਰ ਲਾ ਕੇ ਆ ਜਾਵੇ, ਬਿਨਾਂ ਸਾਧੂ ਨਾ ਸਿੱਧਿਆ ਤੇ ਬਿਨਾਂ ਗੁਰੂ ਤੋਂ ਮੁਕਤੀ ਫਿਰ ਵੀ ਨਹੀਂ ਜੇ ਹੋਣੀ। ਕੋਈ ਬੰਦਾ ਇੰਨੀ ਵੱਡੀ ਤਾਕਤ ਰੱਖੇ ਵੀ ਇੰਨੇ ਸਮੇਂ ਦੇ ਵਿੱਚ ਦੁਨੀਆ ਦਾ ਚੱਕਰ ਲਾਉਣਾ ਨਿੱਕੀ ਗੱਲ ਨਹੀਂ ਹੈ। ਅੱਖ ਨੂੰ ਖੋਲਣ ਮੀਟਣ ਦਾ ਸਮਾਂ ਕਿਤੇ ਕਿੰਨਾ ਕੁ ਲੱਗਦਾ। ਇੰਨੇ ਸਮੇਂ ਵਿੱਚ ਦੁਨੀਆ ਦਾ ਚੱਕਰ ਲਾਇਆ, ਪਰ ਫਿਰ ਵੀ ਜੇ ਗੁਰੂ ਧਾਰਨ ਨਹੀਂ ਕੀਤਾ ਤੇ ਮੁਕਤੀ ਨਹੀਂ ਹੋਣੀ। ਇਹ ਰਿਧੀਆਂ ਸਿੱਧੀਆਂ ਆ ਜਾਂਦੀਆਂ। ਸਿੱਧਾਂ ਦੇ ਕੋਲ ਸਾਨੇ ਕੋਈ ਕੁਝ ਬਣ ਗਿਆ, ਕੋਈ ਕੁਝ ਬਣ ਗਿਆ, ਕੋਈ ਪਤਾਲ ਵਿੱਚ ਚਲੇ ਗਿਆ, ਕੋਈ ਸਮੁੰਦਰ ਵਿੱਚ ਚਲੇ ਗਿਆ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਆਪਣੇ ਚਰਨਾਂ ਦੀ ਖੜਾਂ ਉਤਾਰੀ। ਮਹਾਰਾਜ ਆਪਣੇ ਚਰਨਾਂ ਦੀ ਖੜਾਂ ਨੂੰ ਕਹਿਣ ਲੱਗੇ, ਜਿੱਥੇ ਜਿੱਥੇ ਸਿੱਧ ਲੋਕੇ ਬੈਠੇ ਨੇ ਸਾਰੇ ਇਕੱਠੇ ਕਰਕੇ ਸਾਡੇ ਕੋਲ ਲੈ ਆ। ਜਦੋਂ ਬਚਨ ਕੀਤਾ ਤੇ ਕਹਿਣ ਲੱਗੇ, ਮਹਾਰਾਜ ਦੀ ਖੜਾਂ ਉੱਥੇ ਉੱਥੇ ਪਹੁੰਚ ਗਈ ਜਿੱਥੇ ਜਿੱਥੇ ਉਹ ਲੋਕੇ ਬੈਠੇ ਸਨ। ਸਾਰਿਆਂ ਦੇ ਸਿਰ ਵਿੱਚ ਵੱਜਦੀ ਹੈ। ਜੇ ਤੇ ਗੁਰੂ ਨਾਨਕ ਸਾਹਿਬ ਵਾਲੇ ਪਾਸੇ ਤੁਰਦੇ ਤੇ ਵੱਜਣੋਂ ਹਟ ਜਾਂਦੀ ਹੈ, ਜੇ ਦੂਜੇ ਪਾਸੇ ਨੂੰ ਜਾਣ ਉਲਟ ਪਾਸੇ ਨੂੰ ਜਾਂਦੇ ਤੇ ਮੱਥੇ ਵਿੱਚ ਅੱਗੋਂ ਵੱਜਦੀ ਹੈ। ਉਹ ਖੜਾਂ ਨੇ ਕੁੱਟ ਕੁੱਟ ਕੇ ਸਾਰੇ ਸਿੱਧ ਇਕੱਠੇ ਕਰਕੇ ਤੇ ਮਹਾਰਾਜ ਕੋਲ ਲੈ ਆਉਂਦੇ। ਬੜੇ ਸ਼ਰਮਸਾਰ ਹੋਏ। ਬੜਾ ਮਾਣ ਸੀ ਇਹਨਾਂ ਦੇ ਮਨ ਵਿੱਚ ਵੀ ਅਸੀਂ ਲੁਕ ਗਏ, ਮਹਾਰਾਜ ਤੋਂ ਲੱਭਿਆ ਨਹੀਂ ਜਾਣਾ। ਜਦੋਂ ਸਾਰੇ ਜਾਣੇ ਲੱਭ ਕੇ ਲੈ ਆਂਦੇ, ਕਹਿਣ ਲੱਗੇ, ਮਹਾਰਾਜ ਹੁਣ ਤੁਸੀਂ ਲੁਕੋ, ਅਸੀਂ ਲੱਭਾਂਗੇ। ਮਹਾਰਾਜ ਹੱਸ ਪਏ, ਕਹਿਣ ਲੱਗੇ, ਸਿੱਧੋ ਜੇ ਅਸੀਂ ਲੁਕ ਗਏ ਤੁਹਾਡੇ ਕੋਲ ਲੱਭਿਆ ਨਹੀਂ ਜਾਣਾ। ਨਹੀਂ ਨਹੀਂ ਮਹਾਰਾਜ, ਇਹ ਕਿਵੇਂ ਹੋ ਸਕਦਾ, ਅਸੀਂ ਲੱਭ ਲਿਆਵਾਂਗੇ, ਸਾਡੇ ਵਿੱਚ ਬੜੀ ਤਾਕਤ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਭਾਈ ਮਰਦਾਨਾ ਜੀ ਨੂੰ ਆਵਾਜ਼ ਮਾਰ ਕੇ ਆਖਿਆ, ਕਹਿਣ ਲੱਗੇ, ਮਰਦਾਨਿਆ ਇਹ ਸਿੱਧ ਮਾਨ ਕਰਦੇ, ਹੰਕਾਰ ਕਰਦੇ ਪਏ, ਇਹਨਾਂ ਕੋਲੋਂ ਲੱਭਿਆ ਨਹੀਂ ਜਾਣਾ। ਪਰ ਜਦੋਂ ਇਹ ਥੱਕ ਹਾਰ ਕੇ ਬੈਠ ਜਾਣਗੇ ਨਾ, ਆਖਣਗੇ ਵੀ ਹੁਣ ਅਸੀਂ ਨਹੀਂ ਲੱਭ ਸਕਦੇ, ਉਦੋਂ ਤੂੰ ਇੱਕ ਪੈਸਾ ਰੱਖ ਕੇ, ਇੱਕ ਟਕਾ ਰੱਖ ਕੇ ਅਰਦਾਸ ਕਰੀ, ਅਸੀਂ ਉਦੋਂ ਪ੍ਰਗਟ ਹੋ ਜਾਵਾਂਗੇ। ਕਿਤੇ ਵੀ ਹੋਵਾਂਗੇ ਤੇਰੇ ਸਾਹਮਣੇ ਆ ਜਾਵਾਂਗੇ। ਪਰ ਇਹ ਕੰਮ ਉਦੋਂ ਕਰਨਾ ਜਦੋਂ ਇਹਨਾਂ ਨੇ ਆਖਿਆ ਵੀ ਬਸ ਹੁਣ ਸਾਡੇ ਤੋਂ ਅੱਗੇ ਸਮਰੱਥਾ ਨਹੀਂ ਰਹੀ। ਇਹਨਾਂ ਬਚਨ ਕਹਿ ਕੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਆਪਣੇ ਪੰਜਾਂ ਤੱਤਾਂ ਦੇ ਸਰੀਰ ਨੂੰ ਪੰਜਾਂ ਤੱਤਾਂ ਵਿੱਚ ਹੀ ਮਿਲਾ ਦਿੱਤਾ। ਹਵਾ ਵਿੱਚ ਹਵਾ, ਮਿੱਟੀ ਵਿੱਚ ਮਿੱਟੀ, ਅੱਗ ਪਾਣੀ ਵਿੱਚ, ਜਿਵੇਂ ਜਿਵੇਂ ਸਰੀਰ ਦੇ ਹਿੱਸੇ ਸਨ ਪੰਜਾਂ ਤੱਤਾਂ ਦੇ ਬਣੇ, ਪੰਜਾਂ ਤੱਤਾਂ ਵਿੱਚ ਹੀ ਮਿਲਾ ਦਿੱਤੇ। ਸਿੱਧ ਲੱਭਣ ਲੱਗ ਪਏ। ਕੋਈ ਇੱਧਰੋਂ ਉੱਧਰ ਜਾਂਦਾ ਹੈ, ਕੋਈ ਪਤਾਲ ਵਿੱਚ ਤੁਰਿਆ ਫਿਰੇ, ਕੋਈ ਆਕਾਸ਼ ਨੂੰ, ਕੋਈ ਸਮੁੰਦਰਾਂ ਵਿੱਚ ਲੱਭਦਾ ਫਿਰੇ। ਨਹੀਂ ਲੱਭਿਆ। ਥੱਕ ਹਾਰ ਕੇ ਉੱਥੇ ਆ ਗਿਆ ਜਿੱਥੇ ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਬੈਠੇ ਹੋਏ। ਭਾਈ ਮਰਦਾਨਾ ਜੀ ਨੇ ਪੁੱਛਿਆ, ਕਹਿਣ ਲੱਗੇ, ਲੱਭ ਗਏ ਸਤਿਗੁਰੂ? ਕਹਿਣ ਲੱਗੇ, ਸਾਨੂੰ ਨਹੀਂ ਲੱਭੇ, ਅਸੀਂ ਤੇ ਥੱਕ ਗਏ, ਹਾਰ ਗਏ। ਫਿਰ ਭਾਈ ਮਰਦਾਨਾ ਜੀ ਨੇ ਉਹ ਬਚਨ ਯਾਦ ਕੀਤਾ ਗੁਰੂ ਨਾਨਕ ਦੇ ਪਾਤਸ਼ਾਹ ਵਾਲਾ, ਇੱਕ ਟਕਾ ਰੱਖ ਕੇ ਫਿਰ ਅਰਦਾਸ ਕੀਤੀ, ਮਹਾਰਾਜ ਇਹ ਲੋਕ ਤੁਹਾਨੂੰ ਲੱਭ ਨਹੀਂ ਸਕੇ, ਆਪ ਜੀ ਪ੍ਰਗਟ ਹੋਵੋ, ਕਿਉਂਕਿ ਸੰਗਤਾਂ ਦਾ ਹਾਲੇ ਭਲਾ ਕਰਨਾ ਹੈ। ਜਦੋਂ ਇਹ ਬੇਨਤੀ ਕੀਤੀ, ਉਸ ਵੇਲੇ ਗੁਰੂ ਨਾਨਕ ਦੇ ਪਾਤਸ਼ਾਹ ਜਿੱਥੇ ਪਹਿਲਾਂ ਬੈਠੇ ਸਨ ਉੱਥੇ ਹੀ ਬੈਠੇ ਸਾਰਿਆਂ ਨੂੰ ਦਿਖਾਈ ਦੇਣ ਲੱਗ ਪਏ। ਇੱਕ ਵਾਰੀ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਜਦੋਂ ਪ੍ਰਗਟ ਹੋਏ, ਮਹਾਰਾਜ ਦੇ ਚਰਨ ਫੜ ਲਏ। ਇਹ ਮਰਿਆਦਾ, ਇਹ ਪਰੰਪਰਾ ਸਿੱਖ ਮੱਤ ਵਿੱਚ ਚੱਲ ਪਈ ਕਿ ਉਹ ਜਿਹੜਾ ਇੱਕ ਟਕਾ ਰੱਖ ਕੇ ਭਾਈ ਮਰਦਾਨਾ ਜੀ ਨੇ ਅਰਦਾਸ ਕੀਤੀ, ਅੱਜ ਵੀ ਅਸੀਂ ਤਾਂ ਟਕਾ ਰੱਖਦੇ ਹਾਂ, ਤਾਂ ਅਸੀਂ ਪੈਸਾ ਜਿਹੜਾ ਹੈ ਉਹ ਦਿੰਦੇ ਹਾਂ ਅਰਦਾਸ ਦੇ ਵੇਲੇ, ਕਿ ਉਹ ਇੱਕ ਮਰਿਆਦਾ, ਇੱਕ ਪਰੰਪਰਾ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀਆਂ ਨੇ ਪ੍ਰਾਰੰਭ ਕਰਵਾਈ। ਇਸ ਤਰੀਕੇ ਨਾਲ ਯਾਦ ਕਰੇਗਾ ਪ੍ਰਾਪਤੀ ਹੋਵੇਗੀ। ਰੋਹ ਵਿਚਾਰ ਕਹਿਣ ਲੱਗੇ ਵੀ ਸਤਿਗੁਰਾਂ ਨੇ ਆਪਣੇ ਸਰੀਰ ਨੂੰ ਪ੍ਰਗਟ ਕੀਤਾ ਸੰਗਤ ਦੇ ਵਿੱਚ ਲਿਆ ਕੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਪੰਜਾਂ ਤੱਤਾਂ ਦਾ ਬ੍ਰਹਮੰਡ ਬਣਿਆ, ਪੰਜਾਂ ਤੱਤਾਂ ਦਾ ਹੀ ਸਰੀਰ ਬਣਿਆ। ਗੁਰੂ ਨਾਨਕ ਦੇ ਪਾਤਸ਼ਾਹ ਨੇ ਪੰਜਾਂ ਤੱਤਾਂ ਵਿੱਚ ਪੰਜ ਤੱਤ ਮਿਲਾ ਕੇ ਸਰੀਰ ਅਲੋਪ ਕਰ ਲਿਆ। ਭਾਈ ਮਰਦਾਨਾ ਜੀ ਅਰਦਾਸ ਕਰਦੇ, ਫਿਰ ਪੰਜ ਤੱਤ ਇਕੱਠੇ ਕੀਤੇ ਤੇ ਸਰੀਰ ਬਣਾ ਕੇ ਵਿਖਾ ਦਿੱਤਾ। ਭਗਤ ਜੀ ਕਹਿਣ ਲੱਗੇ, ਜੋ ਬ੍ਰਹਮੰਡ ਦੇ ਵਿੱਚ ਹੋ ਰਿਹਾ ਉਹੀ ਇਸ ਸਰੀਰ ਵਿੱਚ ਹੁੰਦਾ ਹੈ। ਜੋ ਖੋਜੈ ਸੋ ਪਾਵੈ, ਜਿਹੜਾ ਲੱਭੇਗਾ ਉਹਨੂੰ ਸਰੀਰ ਦੇ ਵਿੱਚੋਂ ਹੀ ਪਰਮਾਤਮਾ ਮਿਲ ਜਾਏਗਾ। ਪਰਮਾਤਮਾ ਨੂੰ ਲੱਭਣ ਵਾਸਤੇ ਤੁਹਾਨੂੰ ਜੰਗਲ ਵਿੱਚ ਜਾਣ ਦੀ ਲੋੜ ਨਹੀਂ, ਸਮੁੰਦਰ ਵਿੱਚ ਜਾਣ ਦੀ ਲੋੜ ਨਹੀਂ, ਪਹਾੜਾਂ ਤੇ ਜਾਣ ਦੀ ਲੋੜ ਨਹੀਂ, ਉਹ ਤੇਰੇ ਅੰਦਰ ਹੈ। ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ ਫਰੀਦਾ, ਜੰਗਲ ਜੰਗਲ ਕਿਆ ਭਵੈ ਵਨ ਕੰਡਾ ਮੋੜੇ। ਕੰਡਿਆਂ ਨੂੰ ਪੈਰਾਂ ਵਿੱਚ ਮਰਵਾ ਕੇ ਨਹੀਂ ਉਹ ਮਿਲਣਾ,
ਉਹਨੇ ਤੇਰੇ ਅੰਦਰੋਂ ਹੀ ਪ੍ਰਗਟ ਹੋ ਜਾਣਾ ਹੈ। ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵਾ। ਭਗਤ ਪੀਪਾ ਜੀ ਕਹਿ ਰਹੇ ਨੇ, ਕਹਿਣ ਲੱਗੇ ਭਾਈ ਅਸੀਂ ਪ੍ਰਣਵੈ ਕਹੀਏ, ਬੇਨਤੀ ਕਰਦੇ ਹਾਂ ਕਿ ਉਹ ਪਰਮਾਤਮਾ ਪਰਮ ਤਤ ਹੈ, ਸਭ ਤੋਂ ਵੱਡਾ ਹੈ, ਉਹਦੇ ਵਰਗਾ ਹੈ ਕੋਈ ਨਹੀਂ। ਪਰ ਪ੍ਰਾਪਤੀ ਕਿਹਨੂੰ ਹੋਈ ਹੈ? ਲਖਾਵੇ ਤੋਂ ਭਾਵ ਹੁੰਦਾ ਵੀ ਉਹਨੂੰ ਜਾਣਿਆ ਕਿੰਨੇ ਆ, ਲਿਖਿਆ ਕਿੰਨੇ ਆ, ਸਮਝਿਆ ਕਿੰਨੇ ਆ? ਸਤਿਗੁਰ ਹੋਏ, ਜਿਹਦਾ ਕੋਈ ਗੁਰੂ ਹੋਵੇ। ਜਿਹੜਾ ਗੁਰੂ ਵਾਲਾ ਬਣੇਗਾ, ਗੁਰੂ ਉਹਨੂੰ ਲਿਖਾ ਦੇਵੇਗਾ, ਉਹਨੂੰ ਜਨਾ ਦੇਵੇਗਾ, ਉਹਨੂੰ ਪਤਾ ਲੱਗੇਗਾ। ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੇ। ਜਿਹਨੇ ਗੁਰੂ ਧਾਰਨ ਕਰ ਲਿਆ ਉਹਨੂੰ ਗੁਰੂ ਲਿਖਾ ਦਿੰਦਾ, ਜਨਾ ਦਿੰਦਾ ਵੀ ਪਰਮਾਤਮਾ ਹੈ। ਉਹਦੀ ਪ੍ਰਾਪਤੀ ਕਿਵੇਂ ਕਰੀ? ਤੋ ਗੁਰਮੁਖੋ, ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਇੱਕੋ ਹੀ ਸ਼ਬਦ ਹੈ, ਭਗਤ ਪੀਪਾ ਜੀ ਨਾਲ ਜਿਹੜਾ ਆਪਾਂ ਸਰਵਣ ਕੀਤਾ ਹੈ। ਇਹਦੇ ਤੋਂ ਬਾਅਦ ਵਿੱਚ ਹੁਣ ਭਗਤ ਪੀਪਾ ਜੀ ਦੀ ਬਾਣੀ ਸਾਨੂੰ ਅੱਗੇ ਨਹੀਂ ਪ੍ਰਾਪਤ ਹੋਣੀ ਹੈ। ਅੱਗੇ ਭਗਤ ਧੰਨਾ ਜੀਆਂ ਦਾ ਸ਼ਬਦ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਇਹ ਆਪਾਂ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਜੋ ਸੱਜਣ ਅਸੀਂ ਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।